ਨਾਨਕ ਨਾਮ ਮਿਲੈ ਨਾ ਮਿਲੈ ਗੁਣ ਗਾਏ, ਨਾਨਕ ਨਾਮ ਮਿਲੈ ਬਿਨ ਗੁਰ ਗਰਭ ਨਾ ਮੇਟਿਆ ਜਾਏ, ਬਿਨ ਗੁਰ ਗਰਭ ਨਾ ਮੇਟਿਆ ਜਾਏ। ਨਾਨਕ ਨਾਮ ਮਿਲੈ ਨਾਮ ਮਿਲੈ ਗੁਣ ਗਾਏ। ਸੰਤ ਜਨਾ ਮਿਲ ਬੋਲੋ ਰਾਮ, ਸਬਦ ਨਿਰਮਲ ਪੂਰਨ ਕਾਮ। ਗੁਰ ਸਿੱਖ ਹਰਿ ਬੋਲੋ ਮੇਰੇ ਭਾਈ, ਹਰਿ ਬੋਲਤ ਸਭ ਪਾਪ ਲਹਿ ਜਾਈ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਹਰਿ ਕਾ ਨਾਮ ਸੋਈ ਜਨ ਲੈ, ਕਰ ਕਿਰਪਾ ਨਾਨਕ ਜਿਸ ਦੇ। ਹਰਿ ਕਾ ਨਾਮ ਸੋਈ ਜਨ ਲੈ, ਕਰ ਕਿਰਪਾ ਨਾਨਕ ਜਿਸ ਦੇ। ਨਾਨਕ ਨਾਮ ਮਿਲੈ ਨਾਮ ਮਿਲੈ ਗੁਣ ਗਾਏ, ਨਾਨਕ ਨਾਮ ਮਿਲੈ ਨਾਮ ਮਿਲੈ ਗੁਣ ਗਾਏ। ਏ ਸਰੀਰਾ ਮੇਰਿਆ ਇਸ ਯੁਗ ਮੈਂ ਇਸ ਜਗ ਮੈਂ ਆਇ ਕੈ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਬਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹ ਵਿਸ਼ ਸੰਸਾਰ ਤੁਮ ਦੇਖਦੇ। ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ, ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਤਿਗੁਰਾਂ ਦੀ ਬਖਸ਼ੀ ਹੋਈ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਅਤੇ ਗੁਰਬਾਣੀ ਵਿਚਾਰ ਗਰੁੱਪ ਦੇ ਪਤਵੰਤੇ ਸਤਵੰਤੇ ਗੁਰਮੁਖੋ, ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਗੁਰੂ ਅੱਗੇ ਫਰਮਾਨ ਕਰਦੇ ਹਨ ਆਨੰਦ ਸਾਹਿਬ ਦੀ ਬਾਣੀ ਦੇ ਰਾਹੀਂ ਸਰੀਰ ਨੂੰ ਸੰਬੋਧਨ ਕਰਕੇ। ਸਾਰਿਆਂ ਨੂੰ ਗੁਰਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਇ ਕੈ, ਕਿਆ ਤੁਧ ਕਰਮ ਕਮਾਇਆ। ਉਹ ਮੇਰਿਆ ਸਰੀਰਾ, ਜਦ ਤੇ ਤੂੰ ਇਸ ਜਗਤ ਵਿੱਚ ਆਇਆ ਹੈ, ਕਿਆ ਕੰਮ ਕਰਿਆ ਤੈਂ। ਦੁਨੀਆਦਾਰੀ ਕਰੀ। ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਹਨੇ ਤੈਨੂੰ ਬਣਾਇਆ ਸੀ, ਤੇਰੀ ਰਚਨਾ ਕਰੀ ਸੀ, ਤੇਰੇ ਅੰਦਰ ਆਤਮਾ ਪਾਈ, ਤੈਂ ਉਹਨੂੰ ਤਾਂ ਕਦੇ ਯਾਦ ਕਰਿਆ ਹੀ ਨਹੀਂ, ਮਨ 'ਚ ਵਸਾਇਆ ਹੀ ਨਹੀਂ। ਹੋਰ ਕੁਛ ਕਰਦਾ ਰਿਹਾ, ਡੁਐਲਟੀ ਮਗਰ ਲੱਗਿਆ ਰਿਹਾ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਪਰ ਨਾਲੇ ਇਹ ਆਪ ਜਵਾਬ ਵੀ ਦੇ ਦਿੱਤਾ ਵੀ ਬੰਦੇ ਦੇ ਵੱਸ 'ਚ ਨਹੀਂ ਹੈ ਕੋਈ ਗੱਲ। ਗੁਰੂ ਦੀ ਕਿਰਪਾ ਨਾਲ ਹਰੀ ਮਨ 'ਚ ਵੱਸਦਾ ਹੈ, ਔਰ ਤਾਂ ਵੱਸਦਾ ਜੇ ਪੂਰਬ ਲਿਖਿਆ ਵਾ ਹੋਵੇ। ਜੇ ਮਹਾਰਾਜ ਤੂੰ ਸਾਨੂੰ ਪਾ ਕੇ ਭੇਜਦਾ, ਲਿਖ ਕੇ ਮੱਥੇ ਦੇ ਉੱਤੇ ਲੇਖ, ਤਾਂ ਹੀ ਸਾਨੂੰ ਗੁਰੂ ਮਿਲਦਾ, ਫਿਰ ਅਸੀਂ ਤੈਨੂੰ ਯਾਦ ਕਰਦੇ। ਸਾਡਾ ਕਸੂਰ ਵੀ ਕਿਆ ਹੈ। ਉਹ ਜਿਵੇਂ ਭਗਤ ਰਵਿਦਾਸ ਜੀ ਦਾਅਵੇ ਨਾਲ ਕਹਿ ਰਹੇ ਹੈ, ਜੋ ਪੇ ਹਮ ਨਾ ਪਾਪ ਕਰੰਤਾ, ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ। ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਇਹ ਸਰੀਰ ਤਾਂ ਹੀ ਪ੍ਰਵਾਨ ਹੋਣਾ ਹੈ ਜੇ ਸਤਿਗੁਰੂ ਨਾਲ ਚਿੱਤ ਲਾ ਲਵੇ। ਕਿਸੇ ਕਰਮ ਧਰਮ ਵਿਸ਼ੇਸ਼ ਨੇ ਨਾਲ ਨਹੀਂ ਜਾਣਾ।
ਕੇਵਲ ਸਤਿਗੁਰੂ ਦੁਆਰਾ ਬਖਸ਼ਿਆ ਹੋਇਆ ਨਾਮ ਨਾਲ ਜਾਂਦਾ ਹੈ। ਇਹ ਨੇਤਰੋ ਮੇਰੇ ਹੋ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹੁਣ ਅੱਖਾਂ ਨੂੰ ਸੰਬੋਧਨ ਕਰਦੇ ਹਾਂ, ਮੇਰੇ ਉਹ ਨੇਤਰੋ, ਤੁਹਾਡੇ ਵਿੱਚ ਪਰਮਾਤਮਾ ਨੇ ਜੋਤ ਧਰੀ ਹੈ ਦੇਖਣ ਦੀ, ਤੁਹਾਨੂੰ ਰੋਸ਼ਨੀ ਬਖਸ਼ੀ ਹੈ। ਇਸ ਰੋਸ਼ਨੀ ਵਿੱਚ ਹਰੀ ਤੋਂ ਬਿਨਾਂ ਕਿਸੇ ਨੂੰ ਨਾ ਦੇਖੋ, ਸਾਰਿਆਂ ਦੇ ਵਿੱਚ ਉਸੇ ਨੂੰ ਦੇਖੋ, ਸਮਦ੍ਰਿਸ਼ਟ ਹੋ ਜਾਓ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਉਸ ਤੋਂ ਬਿਨਾਂ ਕਿਸੇ ਨੂੰ ਨਜ਼ਰ ਨਾ ਪਾਓ, ਸਭ ਨੂੰ ਇੱਕੋ ਹੀ ਸਮਝੋ ਵੀ ਤੂੰ ਹੀ ਹੈ। ਪਰ ਇਹ ਉਹਦੀ ਨਜ਼ਰ ਦੇ ਨਾਲ ਹੁੰਦਾ, ਨਜ਼ਰ ਤੋਂ ਬਿਨਾਂ ਇਹ ਚੀਜ਼ ਨਹੀਂ ਹੋ ਜਾਂਦੀ, ਨਜ਼ਰ ਕਰਕੇ ਹੀ ਦੇਖਿਆ ਜਾਂਦਾ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀਆਂ ਹੈ। ਇਹ ਜਿਹੜਾ ਵਿਸ਼ਵ ਹੈ, ਸੰਸਾਰ ਹੈ, ਸੰਸਾਰ ਔਰ ਵਿਸ਼ਵ ਦੇ ਵਿੱਚ ਫਰਕ ਹੁੰਦਾ ਸਾਧ ਸੰਗਤ ਜੀ। ਸੰਸਾਰ ਆ ਜਿਹੜਾ ਆਪਾਂ ਨੂੰ ਦਿਖ ਰਿਹਾ, ਵਿਸ਼ਵ ਦੇ ਵਿੱਚ ਸਾਰਾ ਕੁਛ ਆ ਜਾਂਦਾ, ਚੰਦ ਤਾਰੇ ਧਰਤੀਆਂ, ਆਹ ਲੋਕ ਵੀ ਪਰਲੋਕ ਵੀ। ਇਹ ਹਰੀ ਦਾ ਰੂਪ ਹੈ, ਹਰੀ ਦਾ ਰੂਪ ਹੀ ਨਜ਼ਰ ਆਉਣਾ ਚਾਹੀਦਾ। ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਗੁਰੂ ਦੀ ਕਿਰਪਾ ਨਾਲ ਇਹ ਬੁਝਾਰਤ ਸੁਝਦੀ ਹੈ, ਬੁੱਝੀ ਜਾਂਦੀ ਹੈ ਵੀ ਸਭ ਕੁਛ ਤੂੰ ਹੀ ਹੈ। ਤੋ ਮੇਰੇ ਨੇਤਰੋ ਇਸ ਤੋਂ ਬਿਨਾਂ ਕਿਸੇ ਨੂੰ ਨਾ ਦੇਖੋ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹਨਾਂ ਅੰਨ੍ਹੀਆਂ ਨੈਣਾਂ ਨੂੰ, ਅੱਖਾਂ ਨੂੰ ਸਤਿਗੁਰੂ ਜੇ ਮਿਲ ਜੇ, ਜੇ ਭੇਂਟ ਹੋ ਜੇ ਗੁਰੂ ਦੀ, ਫਿਰ ਇਹ ਦਿਵ ਦ੍ਰਿਸ਼ਟ ਬਣ ਜਾਂਦੇ, ਦੇਵਤਿਆਂ ਵਾਲੀ ਦ੍ਰਿਸ਼ਟੀ ਹੋ ਜਾਂਦੀ ਹੈ ਸਾਧ ਸੰਗਤ। ਦਿਵ ਦ੍ਰਿਸ਼ਟ ਚੌਥੇ ਪਦ 'ਚ, ਸਮਦ੍ਰਿਸ਼ਟ ਪਰਮ ਪਦ 'ਚ। ਇਹਦੀ ਵਿਚਾਰ ਪਹਿਲਾਂ ਆ ਲਈ ਹੈ, ਅੱਜ ਥੋੜ੍ਹੀ ਜਿਹੀ ਵਿਚਾਰ। ਇਹ ਸ਼ਬਦ ਵਿਸ ਆਇਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀਆਂ ਹੈ। ਅਕਸਰ ਇਹ ਦੇਖਿਆ ਗਿਆ ਵੀ ਵਿਸ ਦਾ ਅਰਥ ਜ਼ਹਿਰ ਕਰਿਆ ਜਾਂਦਾ, ਵਿਖਿਆ। ਪਰ ਸਾਧ ਸੰਗਤ ਜੀ ਉਹ ਐਸਾ ਨਹੀਂ ਹੈ, ਕਿਉਂਕਿ ਗੁਰਬਾਣੀ ਨੇ ਸੰਸਾਰ ਨੂੰ ਵਿਸ ਨਹੀਂ ਕਿਹਾ। ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰਾ ਕਰੀਏ। ਇਹ ਤਾਂ ਅੰਮ੍ਰਿਤ ਦੀ ਬਾੜੀ ਹੈ ਜਿਹਦੇ 'ਚ ਉਹਦਾ ਵਾਸਾ ਹੈ, ਵਿਸ ਕਿਵੇਂ ਹੋ ਗਈ ਭਾਈ? ਇਹਦਾ ਕੁਝ ਹੋਰ ਮਤਲਬ ਹੈ। ਵਿਸ ਦਾ ਮਤਲਬ ਹੈ ਵਿਸ਼ਵ। ਕਿਵੇਂ? ਸਾਧ ਸੰਗਤ ਜੀ ਉਹ ਗੁਰਬਾਣੀ ਦੀ ਲਿਖਤ ਵਿੱਚ ਜਿਹੜਾ ਛੋਟਾ ਬਾਬਾ ਹੈ, ਇਹ ਭਾਵਵਾਚੀ ਜਿੰਨੇ ਵੀ ਨਾਉਨ ਹੈ ਉਹਨਾਂ ਦੇ ਵਿੱਚ ਔਂਕੜ 'ਚ ਬਦਲ ਜਾਂਦਾ ਹੈ। ਜਿਵੇਂ ਵਿਸ਼ਵ ਤੋਂ ਵਿਸ, ਮਹੱਤਵ ਤੋਂ ਮਹੱਤ, ਸਤਵ ਤੋਂ ਸਤ, ਤੱਤਵ ਤੋਂ ਤਤ, ਔਰ ਵਿਸ਼ਵੰਬਰ ਤੋਂ ਵਿਸ਼ੁੰਬਰ। ਹੁਣ ਮਹੱਤਵ ਸ਼ਬਦ ਤੋਂ ਮਹੱਤ, ਮਮਾ ਹਾਹਾ ਤੱਤੇ ਨੂੰ ਔਂਕੜ, ਇਹ ਔਂਕੜ 'ਚ ਲੈ ਜਾਂਦਾ ਜਿਹੜਾ ਛੋਟਾ ਬਾਬਾ ਹੈ। ਐਸੇ ਤਰੀਕੇ ਨਾਲ ਵਿਸ਼ਵ ਤੋਂ ਵਿਸ ਬਣਿਆ ਹੋਇਆ। ਇੱਕ ਹੋਰ ਵੀ ਨਿਯਮ ਹੈ ਗੁਰਬਾਣੀ ਦੀ ਲਿਖਤ ਵਿੱਚ, ਇਹ ਵਿਆਕਰਨ ਦੇ ਭੇਦ ਹੈ। ਛੋਟਾ ਰਾਰਾ ਵੀ ਔਂਕੜ 'ਚ ਬਦਲ ਜਾਂਦਾ, ਜਿਵੇਂ ਮੰਤਰ ਤੋਂ ਮੰਤ, ਮੰਮੇ ਪਰ ਟਿੱਪੀ ਤੱਤੇ ਨੂੰ ਔਂਕੜ। ਜਿਹੜਾ ਪੈਰ 'ਚ ਰਾਰਾ ਹੈ ਮੰਤਰ ਦੇ, ਉਹ ਔਂਕੜ 'ਚ ਬਦਲ ਗਿਆ। ਕਲੱਤਰ, ਇਸਤਰੀ ਨੂੰ ਕਹਿੰਦੇ ਕਲੱਤਰ ਤੋਂ ਕਲੱਤ। ਪਵਿੱਤਰ ਤੋਂ ਪਵਿੱਤ, ਪਵਿੱਤਰ ਪੈਰ 'ਚ ਰਾਰਾ ਪਵਿੱਤਰ ਦੇ, ਉਹ ਪੱਪਾ ਵਾਵੇ ਨੂੰ ਸਿਆਰੀ ਤੱਤੇ ਨੂੰ ਔਂਕੜ ਪਵਿੱਤ ਬਣ ਗਿਆ। ਤੋ ਪਵਿੱਤ ਸ਼ਬਦ ਪਵਿੱਤਰ ਤੋਂ ਹੀ ਬਣਿਆ। ਇਹ ਗੁਰਬਾਣੀ ਦੀ ਲਿਖਤ ਵਿੱਚ ਐਸਾ ਹੈ। ਇਹਨਾਂ ਚੀਜ਼ਾਂ ਨੂੰ ਵਿਚਾਰਨ ਦੀ ਲੋੜ ਹੈ। ਆਪਾਂ ਸਾਧ ਸੰਗਤ ਜੀ ਉਹ ਵਿਚਾਰ ਤਾਂ ਚਲੋ ਹੌਲੀ, ਹੋਰ ਵਿਚਾਰ ਅੱਜ ਸਹਿਜ ਦੇ ਉੱਤੇ ਕਰਨੀ ਹੈ, ਤਾਂ ਹੀ ਥੋੜ੍ਹਾ ਜਿਹਾ ਟਾਈਮ ਬਚਾਇਆ। ਸਹਿਜ ਕਿਹਨੂੰ ਕਹਿੰਦੇ? ਸਹਿਜ ਦੇ ਉੱਤੇ ਸਾਰੀ ਦੁਨੀਆ ਆਪਣਾ ਆਪਣਾ ਰੁਖ ਰੱਖਦੀ ਹੈ, ਆਪਣੀ ਆਪਣੀ ਵਿਚਾਰ ਕਹਿੰਦੀ ਹੈ, ਪਰ ਸਹਿਜ ਗੁਰੂ ਤੋਂ ਬਿਨਾਂ ਸਮਝ ਨਹੀਂ ਪਾਉਂਦਾ ਕਿਸੇ ਨੂੰ ਵੀ ਸਹਿਜ ਕਿਆ ਚੀਜ਼ ਹੈ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਗੁਰੂ ਮਹਾਰਾਜ ਫਰਮਾਉਂਦੇ ਆ ਵੀ ਕਰਮ ਵਿਸ਼ੇਸ਼ ਕਰਨੇ ਨਾਲ, ਨਹਾਉਣ ਧੋਣ ਨਾਲ, ਤੀਰਥ ਯਾਤਰਾ ਕਰਨ ਨਾਲ, ਪੁੰਨ ਦਾਨ ਕਰਨੇ ਨਾਲ, ਜਪ ਤਪ ਕਰਨ ਨਾਲ ਸਹਿਜ ਨਹੀਂ ਪੈਦਾ ਹੁੰਦਾ ਕਿਸੇ ਦੇ ਅੰਦਰ ਵੀ। ਔਰ ਜਿਹੜਾ ਅੰਦਰ ਸਹਿਸਾ ਹੈ, ਸਹਿਸਾ ਵੀ ਸਾਧ ਸੰਗਤ ਜੀ ਉਹ ਬਹੁਤ ਇੱਕ ਕਲੈਕਟਿਵ ਵਰਡ ਹੈ। ਇਹਦੇ ਵਿੱਚ ਦੁਬਿਧਾ, ਭਰਮ, ਸ਼ੰਕਾ, ਅਸਮੰਜਸ, ਸਹਿਮ, ਇਹ ਸਾਰਾ ਕੁਛ ਆ ਜਾਂਦਾ। ਭਰਮ ਹੁੰਦਾ ਜਿਵੇਂ ਕੋਈ ਬੰਦਾ ਕਹੇ ਵੀ ਰੱਬ ਹੈ ਹੀ ਨਹੀਂ, ਉਹਨੂੰ ਭਰਮ ਹੈ।
ਦੁਬਿਧਾ ਹੁੰਦੀ ਹੈ ਵੀ ਸੰਗਤ ਵਿੱਚ ਆ ਕੇ ਰੱਬ ਦੀ ਗੱਲ ਵੀ ਮੰਨਣੀ, ਬਾਹਰ ਆ ਕੇ ਫਿਰ ਵਿਸਾਰ ਦੇਣੀ ਵੀ ਨਹੀਂ ਨਹੀਂ ਕੁਛ ਨਹੀਂ ਹੈ, ਸਭ ਡੁਐਲਿਟੀ ਹੈ। ਉਹ ਹੁੰਦਾ ਦੁਬਿਧਾ, ਅੱਧ ਵਿਚਾਲੇ ਜੇ। ਭਰਮ ਹੁੰਦਾ ਇੱਕ ਪਾਸੇ ਜੁੜਿਆ ਵਾ ਬੰਦਾ, ਜਿਵੇਂ ਇਹ ਕਹਿੰਦੇ ਆ ਤਰਕਵਾਦੀ ਵੀ ਰੱਬ ਹੈ ਹੀ ਨਹੀਂ, ਕੋਈ ਵੀ ਸ਼ਕਤੀ ਉਹ ਨਹੀਂ ਹੈ ਹੀ ਨਹੀਂ। ਤੋ ਦੁਬਿਧਾ ਔਰ ਆਪਣਾ ਭਰਮ ਔਰ ਸ਼ੰਕਾ ਅਸਮੰਜਸ, ਇਹ ਸਾਰੇ ਸਹਿਸੇ 'ਚ ਆਉਂਦੇ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਇਹ ਸਹਿਸਾ ਇੱਕਣ ਜਾਂਦਾ ਨਹੀਂ। ਨਾ ਜਾਏ ਸਹਿਸਾ ਕਿਤੈ, ਸੰਜਮ ਰਹੇ ਕਰਮ ਕਮਾਏ। ਜਿੰਨੇ ਮਰਜ਼ੀ ਕਰਮ ਧਰਮ ਕਰ ਲਓ, ਸਹਿਸਾ ਨਹੀਂ ਜਾਣਾ ਮਨ 'ਚੋਂ। ਸਹਿਸੈ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਗੁਰੂ ਮਹਾਰਾਜ ਫਰਮਾਉਂਦੇ ਆ ਵੀ ਸਹਿਸੇ ਦੇ ਨਾਲ ਜੀਵ ਆਤਮਾ ਮਲੀਨ ਹੋਈ ਹੋਈ ਹੈ। ਮਨ ਮਲੀਨ ਹੈ, ਦੱਸੋ ਕਿਆ ਕਰੀਏ ਵੀ ਇਹ ਧੋਤਾ ਜਾਵੇ। ਹੁਣ ਅੱਗੇ ਜਵਾਬ ਦੇ ਰਹੇ, ਮਨ ਧੋਵੋ ਸ਼ਬਦ ਲਾਗੋ, ਹਰਸਿਉ ਰਹੋ ਚਿੱਤ ਲਾਏ। ਸ਼ਬਦ ਨਾਲ ਜੁੜ ਜਾਓ, ਗੁਰੂ ਦੇ ਸ਼ਬਦ ਤੋਂ ਹੀ ਸਹਿਜ ਪੈਦਾ ਹੋਣਾ ਔਰ ਮਨ ਤੋਂ ਹੋਣਾ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਉਪਜਾਏ। ਗੁਰੂ ਦੀ ਕਿਰਪਾ ਨਾਲ ਸਹਿਜ ਉਪਜਣਾ। ਤਿੰਨਾਂ ਗੁਣਾਂ ਵਿੱਚ ਮਾਇਆ ਦਿਆਂ 'ਚ ਕਦੇ ਸਹਿਜ ਨਹੀਂ ਪੈਦਾ ਹੁੰਦਾ। ਤਿੰਨੇ ਗੁਣ ਭਰਮ ਭੁਲਾਉਣੇ। ਤ੍ਰੈ ਗੁਣਾਂ 'ਚ ਸਹਿਜ ਨਾ ਪਾਈਐ, ਤ੍ਰੈ ਗੁਣ ਭਰਮ ਭੁਲਾਏ। ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ। ਤਿੰਨਾਂ ਗੁਣਾਂ ਵਿੱਚ ਆਪਾਂ ਪੜ੍ਹਦੇ ਸੁਣਦੇ ਕਥਨ ਕਰਦੇ, ਪੜ੍ਹੀਐ ਗੁਣੀਐ ਕਿਆ ਕਥੀਐ, ਜਾਂ ਮੁੱਢੋਂ ਘੁੱਥਾ ਜਾਏ। ਜਿਹੜੀ ਮੁੱਢਲੀ ਗੱਲ ਹੈ ਰੱਬ ਨਾਲ ਜੁੜਨੇ ਦੀ, ਏਕੇ ਨਾਲ ਜੁੜਨ ਦੀ, ਉਹ ਤਾਂ ਸਾਡੇ ਅੰਦਰ ਹੈ ਨਹੀਂ। ਫਿਰ ਪੜ੍ਹਨ ਦਾ ਸੁਣਨ ਦਾ ਕੋਈ ਬਹੁਤਾ ਲਾਭ ਨਹੀਂ ਹੈ। ਦੂਜੇ ਭਾਅ 'ਚ ਪੜ੍ਹਾਈ ਹੋ ਰਹੀ ਸਾਰੀ। ਸਾਧ ਸੰਗਤ ਜੀ, ਉਹ ਕਹਿਣ ਦੇਣਾ ਬਈ ਸਤਿਗੁਰੂ ਏਕਾ ਭਾਉ ਹੈ, ਗੁਰਬਾਣੀ ਏਕਾ ਭਾਉ ਹੈ, ਜਗ੍ਹਾ ਜਗ੍ਹਾ ਏਕੇ ਦੀ ਬਾਤ ਪਈ ਹੋਈ ਹੈ। ਪਰ ਸਾਡਾ ਜਿਹੜਾ ਇਹ ਖਿਆਲ ਹੈ, ਜਾਂ ਸਾਡੀ ਜਿਹੜੀ ਇਹ ਵਿਡੰਬਣਾ ਹੈ ਬਈ ਅਸੀਂ ਗੁਰਬਾਣੀ ਏਕੇ ਭਾਉ ਨੂੰ ਵੀ ਦੂਜੇ ਕਰਕੇ ਪੜ੍ਹਨ ਲੱਗੇ ਹੋਏ। ਹਰ ਚੀਜ਼ ਨੂੰ ਦੂਜੇ 'ਚ ਲਗਾ ਰਹੇ, ਡੁਐਲਿਟੀ 'ਚ। ਬਸ ਇਹੀ ਸਾਨੂੰ ਪਰਮਾਤਮਾ ਨੇ ਭੁੱਲ ਪਾਈ ਹੋਈ। ਸਾਨੂੰ ਪਤਾ ਹੀ ਨਹੀਂ ਵੀ ਅਸੀਂ ਮੁੱਢ ਤੋਂ ਹੀ ਭੁੱਲੇ ਹੋਏ ਹਾਂ। ਹਉਮੈ 'ਚ ਕਰ ਰਹੇ ਜੋ ਕਰ ਰਹੇ, ਡੁਐਲਿਟੀ 'ਚ ਕਰ ਰਹੇ। ਇਹਨੂੰ ਕੱਢਣਾ ਅੰਦਰ, ਗੁਰੂ ਦੀ ਕਿਰਪਾ ਲੈਣੀ ਹੈ। ਗੁਰੂ ਅੱਗੇ ਅਰਦਾਸ ਅਰਜ਼ੋਈ ਬੇਨਤੀ ਕਰਨੀ ਹੈ ਵੀ ਮਹਾਰਾਜ ਸਾਡੇ ਅੰਦਰੋਂ ਮੈਂ ਤੋੜ। ਅਸੀਂ ਤਾਂ ਬਹੁਤ ਭੁਲੇਖੇ 'ਚ ਪਏ ਹੋਏ ਹਾਂ, ਤੇਰੇ ਨਾਮ ਦੇ ਉੱਤੇ ਹੀ ਕਰਮ ਧਰਮ ਕਰੀ ਜਾਂਦੇ, ਸੋਝੀ ਹੈ ਹੀ ਨਹੀਂ ਵੀ ਅਸੀਂ ਕਿਆ ਕਰ ਰਹੇ ਹਾਂ। ਪਾਤਸ਼ਾਹ ਅੱਗੇ ਫਰਮਾਉਂਦੇ ਆ, ਭਾਈ ਰੇ ਗੁਰ ਬਿਨ ਸਹਿਜ ਨਾ ਹੋਏ। ਆਪਣੇ ਘਰੇ ਤੋਂ ਸਹਿਜ ਪੈਦਾ ਹੋ ਜੂ ਕਿਸੇ ਦੇ ਅੰਦਰ? ਬਿਲਕੁਲ ਨਹੀਂ। ਸ਼ਬਦੇ ਹੀ ਤੇ ਸਹਿਜ ਪਾਇਆ, ਹਰ ਪਾਇਆ ਸੱਚ ਸੋਏ। ਸ਼ਬਦ ਗੁਰੂ ਤੋਂ ਸਹਿਜ ਪੈਦਾ ਹੋਣਾ, ਤਾਂ ਪਰਮਾਤਮਾ ਦੇ ਦਰਸ਼ਨ ਹੋਣੇ। ਗੁਰ ਭੇਂਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਗੁਰੂ ਦੀ ਕਿਰਪਾ ਨਿਹਾਇਤ ਜ਼ਰੂਰੀ ਹੈ। ਗੁਰੂ ਕੋਲ ਜਾਣਾ ਆਉਣਾ ਕਾਫੀ ਨਹੀਂ ਹੈ, ਗੁਰੂ ਨੂੰ ਟੋਲ ਲੈਣਾ ਕਾਫੀ ਨਹੀਂ ਹੈ। ਗੁਰੂ ਦੀ ਗੱਲ ਨੂੰ ਆਪਣੇ ਹਿਰਦੇ 'ਚ ਵਸਾ ਲੈਣਾ, ਉਹਦੇ ਨਾਲ ਭੇਂਟ ਕਰਨੀ ਹੋਊਗੀ ਤਾਂ ਹੀ, ਜੇ ਪਰਮਾਤਮਾ ਦਾ ਹੁਕਮ ਹੋਊਗਾ, ਨਹੀਂ ਤਾਂ ਹੁੰਦੀ ਨਹੀਂ ਹੈ। ਭਾਵੇਂ 100 ਵਾਰੀ ਗੇੜਾ ਮਾਰੀ ਜਾਓ, ਗੁਰੂ ਕੋਲ ਨਹੀਂ ਹੁੰਦੀ ਭੇਂਟ। ਜੇ ਪਰਮਾਤਮਾ ਚਾਹੇ, ਗੁਰੂ ਦੀ ਹੋ ਜੇ ਨਜ਼ਰ, ਫਿਰ ਗੁਰੂ ਨਾਲ ਭੇਂਟ ਹੋ ਜਾਂਦੀ ਹੈ। ਭੇਂਟ ਹੋਣੀ ਓ ਜ਼ਿਆਦਾ ਜਾਂ ਸਾਡੀ ਹਉਮੈ ਟੁੱਟੂਗੀ, ਉਸ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਸਤਿਗੁਰੂ ਵਿੱਚ ਹਉਮੈ ਦਾ ਲੇਸ ਵੀ ਨਹੀਂ ਹੁੰਦਾ। ਅਸੀਂ ਭਰੇ ਪਏ ਹਉਮੈ ਨਾਲ, ਦੋਹਾਂ ਦਾ ਕਿਵੇਂ ਮਿਲਾਪ ਹੋਊ? ਜੇ ਇੱਕ ਜੀ ਵੇਵਲੈਂਥ ਪਰ ਗੁਰੂ ਸਾਨੂੰ ਲਿਆਊਗਾ, ਇੱਕ ਜੀ ਫਰੀਕੁਐਂਸੀ ਹੋਊਗੀ ਸਾਡੇ ਮਨ ਦੀ ਔਰ ਗੁਰੂ ਦੀ, ਤਾਂ ਭੇਂਟਾਂ ਹੋਣੀਆਂ, ਨਹੀਂ ਤਾਂ ਨਹੀਂ ਹੋਣੀ। ਤੋ ਸਾਧ ਸੰਗਤ ਜੀ, ਉਹ ਸਹਿਜ ਸਰਲਤਾ ਨੂੰ ਕਹਿੰਦੇ ਆ। ਅਸੀਂ ਕੰਪਲੈਕਸਿਟੀ 'ਚ ਬਹੁਤ ਕੁਛ ਕਰਦੇ ਹਾਂ। ਹਵਨ ਕਰਾਂਗੇ, ਅਖੰਡ ਪਾਠ ਸਾਹਿਬ ਵੀ ਕਰਵਾ ਦਾਂਗੇ, ਔਰ ਗੁਰੂ ਦੇ ਨਾਂ ਦੇ ਉੱਤੇ ਲੰਗਰ ਵੀ ਲਾ ਦਾਂਗੇ। ਇਹ ਕਰਨੇ ਸੌਖੇ ਆ, ਪਰ ਨਾਮ ਜਪਣਾ 1 ਮਿੰਟ ਖਾਤਰ, 1 ਸਕਿੰਟ ਖਾਤਰ ਵੀ ਬੜਾ ਮੁਸ਼ਕਲ ਲੱਗਦਾ। ਆਖਣ ਔਖਾ ਸਾਚਾ ਨਾਮ। ਸਰਲਤਾ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਦੱਸੋ ਕਿਆ ਮੁੱਲ ਲੱਗਦਾ ਇਹਦੇ ਤੇ, ਕਿਹੜਾ ਟਾਈਮ ਲੱਗਦਾ? ਔਖੇ ਕਰਮ ਆਪਾਂ ਕਰ ਲੈਂਦੇ ਹਾਂ, ਪਹਿਲਾਂ ਵਿਚਾਰਾਂ ਹੋਲੀਆਂ ਇਹ ਸੰਗਤ ਵਿੱਚ। ਜਿਹੜਾ ਸਰਲਤਾ ਵਾਲਾ ਕੰਮ ਹੈ, ਉਹ ਨਹੀਂ ਅਸੀਂ ਕਰਦੇ ਕਦੇ ਵੀ। ਉਸੇ ਵਿੱਚ ਸਹਿਜ ਹੈ। ਕੱਲ ਇੱਕ ਸ਼ਬਦ ਪੜ੍ਹਿਆ ਸੀ ਦਾਸਰੇ ਨੇ, ਉਹ ਵੀ ਸਹਿਜ ਦੀ ਅਵਸਥਾ ਤੇ ਹੈ, ਕਬੀਰ ਜੀ ਦਾ। ਕਬੀਰ ਜੀ ਨੇ ਫਰਮਾਇਆ ਸੀ ਬਈ, ਸਹਿਜ ਕੀ ਇਕੱਥ ਕਥਾ ਹੈ ਨਿਰਾਰੀ।
ਸਹਿਜ ਦੀ ਕਥਾ ਨੂੰ ਕੋਈ ਕਿਵੇਂ ਬਿਆਨ ਕਰੇ। ਅਕਥ ਹੈ, ਨਿਰਾਲੀ ਹੈ। ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੇ ਨਾ ਭਾਰੀ। ਹੁਣ ਸਾਧ ਸੰਗਤ ਜੀ, ਇਹ ਸ਼ਬਦ ਨੂੰ ਆਪਾਂ ਸਮਝੀਏ। ਇਸ ਤੋਂ ਪਹਿਲਾਂ ਡਾਇਕੋਟਮੀ ਸ਼ਬਦ ਸਮਝੀਏ ਵੀ ਕਿਆ ਹੈ। ਡਾਇਕੋਟਮੀ ਦਾ ਮਤਲਬ ਇਹ ਹੁੰਦਾ ਹੈ ਵੀ ਦੋ ਆਪੋਜਿਟ ਖਿਆਲ, ਜਿਵੇਂ ਦੁੱਖ ਔਰ ਸੁੱਖ, ਅਰਧ ਔਰ ਉਰਧ, ਪੁੰਨ ਔਰ ਪਾਪ, ਇਹ ਦੋਹੇ ਬਿਲਕੁਲ ਇੱਕ ਦੂਜੇ ਦੇ ਉਲਟ ਹੈ। ਇਹਨੂੰ ਡਾਇਕੋਟਮੀ ਕਹਿੰਦੇ। ਇਹ ਵਿਚਾਰਾਂ 'ਚ ਵੀ ਹੁੰਦੀ ਹੈ, ਐਕਸ਼ਨਾਂ 'ਚ ਵੀ ਹੁੰਦੀ ਹੈ। ਡਾਇਕੋਟਮੀ ਜਾਂ ਜਿਹੜੇ ਇੰਗਲੈਂਡ ਵਾਲੇ ਉਹਨੂੰ ਡਿਕੋਟੋਮੀ ਵੀ ਬੋਲਦੇ ਹੈ, ਪਰ ਅਮਰੀਕਨ ਇੰਗਲਿਸ਼ ਵਿੱਚ ਡਾਇਕੋਟਮੀ ਸ਼ਬਦ ਚੱਲਦਾ। ਇਹ ਜਿਹੜੀ ਡਾਇਕੋਟਮੀ ਹੈ, ਇਸ ਤੋਂ ਬਾਹਰ ਨਿਕਲਣਾ ਹੈ ਗੁਰਸਿੱਖ ਨੇ। ਸਾਰਾ ਸੰਸਾਰ ਡਾਇਕੋਟਮੀ 'ਚ ਫਸਿਆ ਹੋਇਆ। ਕਿਵੇਂ? ਕਬੀਰ ਜੀ ਤੋਂ ਹੀ ਹਵਾਲਾ ਲਈਏ ਆਪਾਂ। ਅਰਧ ਉਰਧ ਦਊ ਤੈ ਨਾਹੀ, ਰਾਤ ਦਿਨਸ ਤੈ ਨਾਹੀ। ਨਾ ਹੀ ਸਹਿਜ ਦੀ ਅਵਸਥਾ ਵਿੱਚ ਊਚ ਨੀਚ ਹੈ ਕੋਈ, ਲੋਕ ਔਰ ਪਰਲੋਕ ਹੈ, ਨਾ ਹੀ ਦਿਨ ਰਾਤ ਹੈ। ਸਮਝ ਲਿਓ ਪਹਿਲਾਂ ਇਸ ਗੱਲ ਨੂੰ, ਫਿਰ ਅੱਗੇ ਵਿਚਾਰ ਕਰਦੇ। ਜਲ ਨਹੀਂ ਪਵਨ ਪਾਵਕ ਫੁਨ ਨਾਹੀ, ਸਤਿਗੁਰ ਤਹਾਂ ਸਮਾਈ। ਜਿੱਥੇ ਨਾ ਜਲ ਹੈ, ਨਾ ਪਵਨ ਹੈ, ਨਾ ਹਵਾ ਅੱਗ ਹੈ, ਉੱਥੇ ਸਤਿਗੁਰੂ ਦਾ ਵਾਸਾ ਹੈ। ਜਲ ਦੁੱਖਾਂ ਰੂਪੀ, ਜਲ ਨੂੰ ਦੁੱਖਾਂ ਦੇ ਨਾਲ ਤੁਲਨਾ ਦਿੱਤੀ ਜਾਂਦੀ ਹੈ। ਪਵਨ, ਮਨ ਪਵਨ ਦੀ ਤਰ੍ਹਾਂ ਉੱਡਦਾ ਹੈ, ਇਹ ਸਟੇਸ਼ਨਰੀ ਨਹੀਂ ਹੁੰਦਾ। ਜਿੱਥੇ ਸਹਿਜ ਹੋਊਗਾ ਉੱਥੇ ਹੀ ਹੋਣਾ ਇਹਨੇ, ਫਿਰ ਸਟੇਸ਼ਨਰੀ, ਇੱਕ ਜਗ੍ਹਾ ਟਿਕ ਜਾਣਾ, ਧੌਣੇ ਤੋਂ ਹਟ ਜਾਣਾ। ਪਾਵਕ ਅੱਗ, ਤ੍ਰਿਸ਼ਨਾਮਾ, ਜਲਦਾ ਬੰਦਾ, ਸਹਿਜ ਵਿੱਚ ਫਿਰ ਇਹ ਚੀਜ਼ਾਂ ਹਟ ਜਾਂਦੀਆਂ। ਤਹਿ ਪਾਵਸ ਸਿੰਧ ਧੂਪ ਨਹੀਂ ਛਹੀਆ, ਤਹਿ ਉਤਪਤ ਪਰਲੋ ਨਾਹੀ। ਨਾ ਹੀ ਉੱਥੇ ਵਰਖਾ ਰੁੱਤ ਹੈ ਸੁਹਾਵਣੀ, ਨਾ ਹੀ ਡਰਾਵਣਾ ਸਮੁੰਦਰ ਹੈ, ਨਾ ਹੀ ਧੁੱਪ ਹੈ, ਨਾ ਹੀ ਛਾਂ ਹੈ। ਸੁਣਨ ਨੂੰ ਤਾਂ ਇਹ ਗੱਲਾਂ ਬੜੀਆਂ ਸੋਹਣੀਆਂ ਲੱਗਦੀਆਂ, ਪਰ ਅਸਲ ਵਿੱਚ ਇਹਨਾਂ ਦੀ ਜਿਹੜੀ ਅੰਦਰ ਜਿਹੜਾ ਛੁਪਿਆ ਹੋਇਆ ਇਹਨਾਂ ਦੇ ਨਿਊਐਂਸ, ਉਹ ਬਹੁਤ ਡੂੰਘੇਰਾ, ਸਮਝ ਨਹੀਂ ਆਉਂਦੀ ਉਹਦੀ। ਤੈ ਉਤਪਤ ਪਰਲੋ ਨਾਹੀ, ਨਾ ਉੱਥੇ ਕ੍ਰੀਏਸ਼ਨ ਹੈ, ਨਾ ਪਰਲੋ ਹੈ, ਡਿਸਟਰਕਸ਼ਨ ਹੈ, ਜਨਮ ਮਰਨ ਨਹੀਂ ਹੈ ਉੱਥੇ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੈ, ਸੁਨ ਸਮਾਧ ਦਊ ਤੈ ਨਾਹੀ। ਨਾ ਜੀਵਨ ਹੈ, ਨਾ ਮ੍ਰਿਤਿੂ ਹੈ, ਨਾ ਦੁੱਖ ਹੈ, ਨਾ ਸੁੱਖ ਹੈ, ਸੁਨ ਸਮਾਧੀ ਹੈ। ਇਹ ਜਿਹੜੀ ਡਾਇਕੋਟਮੀ ਹੈ ਦੋ, ਇਹ ਉੱਥੇ ਬਿਲਕੁਲ ਨਹੀਂ ਹੈ। ਸਾਧ ਸੰਗਤ ਜੀਓ, ਕਬੀਰ ਜੀ ਫਰਮਾਉਂਦੇ, ਅਗੰਮ ਅਗੋਚਰ ਰਹਿ ਨਿਰੰਤਰ, ਗੁਰ ਕਿਰਪਾ ਤੇ ਲਹੀਐ। ਉਹ ਪਰਮਾਤਮਾ ਹਮੇਸ਼ਾ ਤੋਂ ਹੀ ਰਹਿ ਰਿਹਾ ਹੈ, ਫਿਰ ਵੀ ਰਹਿਣਾ ਉਹਨੇ। ਅਗੰਮ ਵੀ ਹੈ, ਅਗੋਚਰ ਵੀ ਹੈ, ਔਰ ਉਹ ਗੁਰੂ ਦੀ ਕਿਰਪਾ 'ਤੇ ਲਿਆ ਜਾਂਦਾ, ਮਤਲਬ ਪ੍ਰਾਪਤ ਕਰਿਆ ਜਾਂਦਾ। ਕਹੋ ਕਬੀਰ ਬਲ ਜਾਉ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ। ਸਾਧੂ ਦੀ ਸੰਗਤ ਤੋਂ ਪ੍ਰਾਪਤ ਹੋਣੀ ਹੈ ਸਾਰੀ ਅਵਸਥਾ। ਕਿਹੜੀ? ਜਿਹਦੇ ਰਾਹੀਂ ਅਗੰਮ ਅਗੋਚਰ ਪਰਮਾਤਮਾ ਨੂੰ ਪਾਇਆ ਜਾਣਾ ਔਰ ਸਹਿਜ ਦੀ ਅਵਸਥਾ ਬਣਨੀ। ਕਈ ਵਾਰੀ ਸ਼ਬਦ ਆਉਂਦਾ ਇਨ ਬਿਟਵੀਨ, ਜਿਵੇਂ ਧੁੱਪ ਔਰ ਛਾਂ ਹੈ, ਇਹਦੇ ਵਿਚਾਲੇ ਦੀ ਕੋਈ ਬਾਤ ਹੈ। ਅਰਧ ਉਰਧ ਦੇ ਵਿੱਚ ਦੀ ਬਾਤ ਹੈ, ਕੋਈ ਜੀਵਨ ਮ੍ਰਿਤੂ ਦੇ ਵਿੱਚ ਦੀ ਗੱਲ ਹੈ, ਰਾਤ ਦਿਨ ਦੇ ਵਿਚਾਲੇ ਦੀ ਗੱਲ ਹੈ। ਇਹ ਜਿਹੜੀ ਡਾਇਕੋਟਮੀ ਹੈ, ਇਹਦੇ ਤੋਂ ਸਿੱਖ ਨੇ ਬਾਹਰ ਨਿਕਲਣਾ। ਸਾਰਾ ਸੰਸਾਰ ਇਹਦੇ 'ਚ ਫਸਿਆ ਹੋਇਆ। ਇੱਕ ਡਾਇਕੋਟਮੀ, ਇੱਕ ਡਿਊਐਲਿਟੀ, ਇਹ ਦੋਨਾਂ ਦੇ ਵਿੱਚ ਸੰਸਾਰ ਹੈ। ਡੁਐਲਿਟੀ ਤੋਂ ਮਤਲਬ ਹੈ ਇੱਕ ਰੱਬ ਨੂੰ ਛੱਡ ਕੇ ਹੋਰ ਦੀ ਪੂਜਾ, ਉੱਤੋਂ ਬਾਹਰ ਨਿਕਲਣਾ ਹੈ। ਅਤੇ ਡਾਇਕੋਟਮੀ, ਜਿਵੇਂ ਦੁੱਖ ਔਰ ਸੁੱਖ ਹੈ, ਇਹਨਾਂ ਤੋਂ ਬਾਹਰ ਨਿਕਲਣਾ। ਉਹ ਕਿਵੇਂ ਨਿਕਲੋ? ਉਦੋਂ ਆਨੰਦ ਬਣ ਜਾਂਦਾ। ਫਿਰ ਨਾ ਸੁੱਖ ਹੁੰਦਾ ਉੱਥੇ, ਨਾ ਦੁੱਖ ਹੁੰਦਾ। ਸੁੱਖ ਦੇ ਨਾਲ ਵੀ ਦੁੱਖ ਜੁੜਿਆ, ਦੁੱਖ ਨਾਲ ਵੀ ਸੁੱਖ ਜੁੜਿਆ ਹੋਇਆ। ਇਹ ਸੰਸਾਰੀ ਗੱਲਾਂ ਨੇ। ਸਹਿਜ ਵਿੱਚ ਆਨੰਦ ਹੁੰਦਾ, ਉਹ ਨਾ ਵੱਧਦਾ ਨਾ ਘੱਟਦਾ, ਵੱਧ ਸਕਦਾ, ਘੱਟ ਨਹੀਂ ਸਕਦਾ। ਤੋ ਸਾਧ ਸੰਗਤ ਜੀਓ, ਇਸੇ ਤਰ੍ਹਾਂ ਉੱਥੇ ਹਰਖ ਸੋਗ ਨਹੀਂ ਹੁੰਦਾ ਕੁਛ ਵੀ, ਨਾ ਖੁਸ਼ੀ ਹੈ, ਨਾ ਗਮੀ, ਔਰ ਨਾ ਹੰਕਾਰ ਹੁੰਦਾ ਹੈ, ਨਾ ਇਨਫੀਰੀਅਰਟੀ ਕੰਪਲੈਕਸ ਹੁੰਦਾ, ਹੀਣ ਭਾਵਨਾ। ਨਾ ਹੀ ਰਾਵਣ ਦੀ ਤਰ੍ਹਾਂ, ਕੌਰਵਾਂ ਦੀ ਤਰ੍ਹਾਂ ਹੰਕਾਰੀ ਹੁੰਦਾ ਉਹ ਬੰਦਾ, ਅਤੇ ਨਾ ਹੀ ਬਿਲਕੁਲ ਹੇਠਾਂ ਲੰਬਾ ਪੈਂਦਾ ਵੀ ਨਹੀਂ ਜੀ ਮੈਨੂੰ ਬਖਸ਼ ਦਿਓ, ਜਾਣ ਦਿਓ, ਏਕਣ ਨਹੀਂ ਕਰਦਾ ਕਦੇ ਵੀ। ਉਹ ਸਨਮਾਨ ਆਪਣਾ ਬਰਕਰਾਰ ਰੱਖਦਾ ਹੈ, ਨਿਮਰਤਾ ਵਿੱਚ ਰਹਿੰਦਾ। ਇਹੀ ਸਬਕ ਪਹਾੜੀ ਰਾਜਿਆਂ ਨੂੰ ਦਸ਼ਮੇਸ਼ ਜੀ ਨੇ ਸਿਖਾਇਆ ਸੀਗਾ, ਪਰ ਉਹ ਸਿੱਖਣਾ ਨਹੀਂ ਸੀ ਚਾਹੁੰਦੇ ਵੀ ਅਸੀਂ ਬੜੇ ਹਾਂ। ਹਉਮੈ ਅੰਦਰ ਸੀਗੀ ਵੀ ਅਸੀਂ ਗਰੀਬਾਂ ਦੇ ਨਾਲ ਬਹਿ ਕੇ ਅੰਮ੍ਰਿਤ ਛਕੀਏ।
ਇਹ ਹੈ ਜਿਹਨੂੰ ਆਪਾਂ ਡਿਵਿਨਟੀ ਕਹਿੰਦੇ। ਗੁਰਬਾਣੀ ਸਾਰੀ ਡਿਵਾਈਨ ਹੈ। ਗੁਰਬਾਣੀ ਦਾ ਜਿਹੜਾ ਚੱਲਣ ਹੈ ਉਹ ਵੀ ਡਿਵਾਈਨ ਹੈ। ਉਸਤਤ ਨਿੰਦਿਆ ਦੋਹਾਂ ਚੋਂ ਨਿਕਲਣਾ ਬੰਦੇ ਨੇ। ਉਸਤਤ ਹੁੰਦੀ ਹੈ ਝੂਠੀ ਵਡਿਆਈ, ਨਿੰਦਿਆ ਹੁੰਦੀ ਹੈ ਗਲਤ ਨਿੰਦਿਆ ਕਰਨੀ ਕਿਸੇ ਦੀ, ਜੋ ਹੈ ਉਹ ਤੋਂ ਘਟਾ ਕੇ ਪੇਸ਼ ਕਰਨਾ। ਇਹ ਦੋਹਾਂ ਦੀ ਮਨਾਹੀ ਕਰੀ ਹੋਈ। ਸੱਚਾਈ ਦੇ ਤੌਰ 'ਤੇ ਕਿਸੇ ਦੇ ਗੁਣ ਪ੍ਰਗਟ ਕਰਨੇ ਉਹ ਚੰਗੀ ਗੱਲ ਹੈ, ਲੇਕਿਨ ਮਨ ਵਿੱਚ ਕੁਛ ਵਿਚਾਰ ਰੱਖ ਕੇ ਵੀ ਅਸੀਂ ਇਹ ਤੋਂ ਕੁਛ ਫਾਇਦਾ ਲੈਣਾ, ਰਾਜੇ ਦੇ ਜਾਂ MLA ਦੇ ਭਾਵੇਂ ਬਹੁਤ ਨਖੇਦੀ ਹੁੰਦੀ ਹੋਵੇ, ਲੋਕਾਂ 'ਚ ਉਹਨੂੰ ਜਾ ਕੇ ਕਹਿਣਾ ਵੀ ਮਹਾਰਾਜ ਤੁਹਾਡੀ ਤਾਂ ਧੰਨ ਧੰਨ ਹੋਈ ਪਈ ਹੈ, ਲੋਕ ਬਹੁਤ ਸਲਾਹੁੰਦੇ ਤੁਹਾਨੂੰ। ਝੂਠੀ ਵਡਿਆਈ ਇਹ ਵੀ ਮਾੜੀ ਹੈ। ਕੋਈ ਬੰਦਾ ਸੰਤ ਨਾ ਹੋਵੇ, ਅਸੀਂ ਉਹਨੂੰ ਸੰਤ ਤੋਂ ਵੀ ਅੱਗੇ ਬ੍ਰਹਮ ਗਿਆਨੀ ਦਾ ਪਦ ਲਕਬ ਦੇ ਦਈਏ, ਸਜ਼ਾ ਲੱਗਣੀ ਇਹਨਾਂ ਗੱਲਾਂ ਦੀ ਵੀ ਦਰਗਾਹ ਦੇ ਵਿੱਚ। ਜੇ ਨਿੰਦਿਆ ਮਾੜੀ ਹੈ, ਉਨੀਓ ਝੂਠੀ ਵਡਿਆਈ ਵੀ ਮਾੜੀ ਹੈ। ਕੇਵਲ ਸੱਚ ਕਹਿਣਾ ਉਹ ਇਨ ਬਿਟਵੀਨ ਰਸਤਾ ਹੈ, ਵਿਚਾਲੇ ਦਾ ਮਾਰਗ। ਜੇ ਸਹਿਜ ਨੂੰ ਸਮਝਣਾ ਜਾਂ ਜੇ ਗੁਰਬਾਣੀ ਨੂੰ ਸਮਝਣਾ ਤਾਂ। ਹੁਣ ਜੀਵਨ ਔਰ ਮ੍ਰਿਤਿੂ ਹੈ ਨਹੀਂ ਸਹਿਜ ਵਿੱਚ, ਇਹਦਾ ਮਤਲਬ ਕਿਆ ਹੋਇਆ? ਜੀਵਨ ਮ੍ਰਿਤਿੂ ਸੰਸਾਰੀ ਗੱਲਾਂ ਨੇ ਸਾਰੀਆਂ। ਜੀਵਤ ਮ੍ਰਿਤਕ ਹੋਣਾ, ਜਿਉਂਦੇ ਜੀ ਹਉਮੈ ਮਾਰਨੀ ਅੰਦਰੋਂ, ਉਹਨੂੰ ਕਹਿੰਦੇ ਜੀਵਤ ਮ੍ਰਿਤਕ। ਜੀਵਤ ਮ੍ਰਿਤਕ ਸੋ ਆਖੀਐ ਜਿਸ ਵਿੱਚੋਂ ਹਉਮੈ ਜਾਏ। ਪਰਮਾਤਮਾ ਖੁਦ ਸਹਿਜ ਵਿੱਚ ਹੈ, ਟਿਕਿਆ ਬੈਠਾ। ਤੇ ਜਿਹੜਾ ਬ੍ਰਹਮ ਗਿਆਨੀ ਹੈ ਜਾਂ ਸੰਤ ਹੈ, ਉਹਦੇ ਅੰਦਰ ਵੀ ਉਹੀ ਅਵਸਥਾ ਬਣਦੀ ਸਹਿਜ ਵਾਲੀ। ਉਹ ਵੀ ਜੀਵਤ ਮ੍ਰਿਤਕ ਹੁੰਦਾ, ਮੌਤ ਦਾ ਕੋਈ ਭੈ ਨਹੀਂ ਹੁੰਦਾ ਉਹਨੂੰ, ਫਿਰ ਨਾ ਜਿਉਣ ਦੀ ਚਾਹਨਾ ਹੁੰਦੀ ਹੈ, ਬਸ ਉਹਦੇ ਹੁਕਮ ਵਿੱਚ ਉਹ ਜਿਉ ਰਿਹਾ ਹੁੰਦਾ। ਹਲਕਾ ਲੱਗੇ ਨਾ ਭਾਰਾ, ਹਲਕੀ ਲੱਗੇ ਨਾ ਭਾਰੀ। ਨਾ ਉਹਨੂੰ ਹਲਕਾ ਕਿਹਾ ਜਾ ਸਕਦਾ, ਨਾ ਉਹਨੂੰ ਭਾਰੀ ਕਿਹਾ ਜਾ ਸਕਦਾ, ਨਾ ਲੋਕ ਵਿੱਚ ਹੈ ਨਾ ਪਰਲੋਕ 'ਚ ਹੈ। ਇਹ ਡਾਇਕੋਟਮੀ ਦਾ ਬਿਲਕੁਲ ਖਾਤਮਾ ਹੈ ਉੱਥੇ। ਨਾ ਕੋਈ ਮਿੱਤਰ ਰਹਿੰਦਾ, ਨਾ ਕੋਈ ਬੈਰੀ ਹੁੰਦਾ ਉਹਦਾ। ਦੇਖੋ ਇਹ ਡਾਇਕੋਟਮੀ ਹੈ, ਇੱਕ ਪਾਸੇ ਇੱਕ ਮਿੱਤਰ ਹੈ, ਬਿਲਕੁਲ ਉਹਦੇ ਆਪੋਜਿਟ ਉਲਟ ਬੈਰੀ ਹੁੰਦਾ, ਜਿਹੜਾ ਸਾਡੇ ਪ੍ਰਤੀ ਉਲਟ ਸੋਚਦਾ ਹੁੰਦਾ, ਸਾਨੂੰ ਮਾਰਨ ਤੱਕ ਦੀਆਂ ਵੀ ਵਿਉਂਤਾਂ ਬਣਾਉਂਦਾ। ਇਹਨਾਂ ਦੋਹਾਂ ਭਾਵਾਂ ਤੋਂ ਬਾਹਰ ਨਿਕਲਣਾ, ਇਹ ਹੈ ਸਹਿਜ। ਰਾਗ ਔਰ ਦਵੈਸ਼, ਇਹ ਵੀ ਡਾਇਕੋਟਮੀ ਹੈ। ਆਪਣਿਆਂ ਨੂੰ ਪ੍ਰੇਮ ਕਰੀ ਜਾਣਾ, ਉਹਨਾਂ ਦੇ ਔਗਣ ਵੀ ਨਾ ਦੇਖਣੇ, ਉਹਨਾਂ ਨੂੰ ਸਲਾਹੀ ਜਾਣਾ। ਪੁੱਤਰ ਨੇ ਧੀ ਨੇ ਗਲਤੀ ਕਰ ਲਈ ਤਾਂ ਉਹਨੂੰ ਵੀ ਕਹਿਣਾ ਨਹੀਂ ਨਹੀਂ ਉਹਦਾ ਤਾਂ ਕਸੂਰ ਨਹੀਂ ਹੈ। ਦਵੈਸ਼, ਜੇ ਦੂਜੇ ਦਾ, ਜਿਹਨੂੰ ਅਸੀਂ ਦੂਜਾ ਸਮਝਦੇ ਹੋਈਏ, ਉਹਦਾ ਕੋਈ ਕਸੂਰ ਵੀ ਨਾ ਹੋਵੇ ਤਾਂ ਵੀ ਠੱਪਣਾ ਉਹਦੇ ਉੱਤੇ ਵੀ ਨਹੀਂ ਜੀ ਨਹੀਂ ਉਸੇ ਨੇ ਚੋਰੀ ਕਰੀ ਹੈ। ਇਹ ਰਾਗ ਦਵੈਸ਼ ਹੈ, ਇਹ ਵੀ ਡਾਇਕੋਟਮੀ ਹੈ ਮਨ ਦੀ, ਇਹਦੇ 'ਚੋਂ ਵੀ ਬਾਹਰ ਨਿਕਲਣਾ। ਸਾਧ ਸੰਗਤ ਜੀ, ਉਹ ਨਾ ਹੀ ਇਗਨੋਰੈਂਟ ਬਣਨਾ ਹੈ, ਨਾ ਹੀ ਵਿਦਵਾਨ ਬਣਨਾ ਹੈ। ਦੇਖੋ ਇਹ ਵੀ ਬਹੁਤ ਜ਼ਰੂਰੀ ਗੱਲ ਹੈ ਗੁਰਮਤਿ 'ਚ। ਇਨੋਸੈਂਸ ਰੱਖਣੀ ਹੈ। ਇਗਨੋਰੈਂਸ ਤਾਂ ਹੁੰਦਾ ਬਿਲਕੁਲ ਪਤਾ ਹੀ ਨਹੀਂ ਕਿਸੇ ਗੱਲ ਦਾ, ਉਹ ਨਹੀਂ, ਉਹ ਬੁੱਧੂਪਣਾ ਹੁੰਦਾ। ਨਾ ਹੀ ਧੋਖਾ ਦੇਣਾ ਹੈ, ਨਾ ਹੀ ਧੋਖਾ ਸਹਿਣਾ ਹੈ। ਇਨੋਸੈਂਸ ਹੁੰਦੀ ਹੈ ਵੀ ਪਤਾ ਹੋਵੇ ਲੇਕਿਨ ਜਾਣ ਕੇ ਨਹੀਂ ਮਾਰਿਆ ਨਾ। ਵਿਦਵਤਾ ਵਿੱਚ ਨਹੀਂ ਆਉਣਾ, ਜਾਣਦੇ ਹੋਏ ਅਣਜਾਣਾ ਬਣਨਾ। ਪੈਸਾ ਧੇਲਾ ਦੌਲਤ ਹੁੰਦੇ ਹੋਏ ਵੀ ਨੀਵਾਂ ਰੱਖਣਾ ਆਪਣੇ ਆਪ ਨੂੰ, ਇਨੋਸੈਂਸ ਰੱਖਣੀ। ਮਿੱਠਾ ਔਰ ਕੌੜਾ ਦੋਹੇ ਡਾਇਕੋਟਮੀ ਹੈ, ਮਿੱਠੇ ਦੇ ਬਿਲਕੁਲ ਉਲਟ ਕੌੜਾ ਹੈ। ਇਹਨਾਂ ਦੋਹਾਂ 'ਚੋਂ ਵੀ ਬਾਹਰ ਨਿਕਲਣਾ। ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਬਿਗੁੱਤੇ ਭੋਗ। ਮਿੱਠ ਰਸ ਖਾਏ ਸੋ ਰੋਗ ਭਰੀਜੈ, ਕੰਦ ਮੂਲ ਸੁਖ ਨਾਹੀ। ਮਿੱਠਾ ਖਾਣੇ ਨਾਲ ਰੋਗ ਪੈਦਾ ਹੁੰਦੇ। ਅੱਜ ਕੱਲ੍ਹ ਤਾਂ ਆਪਾਂ ਨੂੰ ਪਤਾ ਹੀ ਹੈ ਕਿੰਨੇ ਲੋਕਾਂ ਨੂੰ ਸ਼ੂਗਰ ਹੈ, ਖਾਸ ਕਰਕੇ ਜਿਹੜੇ ਚੰਡੀਗੜ੍ਹ ਦੇ ਸਫਿਸਟੀਕੇਟਡ ਲੋਕ ਹੈ ਸ਼ਹਿਰਾਂ ਦੇ। ਦੂਜੇ ਤੀਜੇ, ਹਰ ਇੱਕ ਦੂਜੇ ਤੀਜੇ ਬੰਦੇ ਨੂੰ ਸ਼ੂਗਰ ਹੈ, ਮਿੱਠਾ ਨਹੀਂ ਖਾ ਸਕਦੇ, ਰੋਗ ਪੈਦਾ ਹੋਏ ਹੋਏ ਹੈ। ਤਾਂ ਕੌੜਾ ਵੀ ਮਾੜਾ, ਮਿੱਠਾ ਵੀ ਮਾੜਾ, ਇਹ ਦੋਨੋਂ ਡਾਇਕੋਟਮੀ ਹੈ। ਇਨ ਬਿਟਵੀਨ ਰਹਿਣਾ, ਇਹਨਾਂ ਦੇ ਵਿੱਚ ਵਿਚਾਲੇ ਕਿਤੇ ਰਹਿਣਾ। ਹੁਣ ਸਾਧ ਸੰਗਤ ਜੀਓ, ਇਹ ਜਿਹੜਾ ਪੰਜੇ ਹੈ ਕਾਮਾਦਕ, ਕਾਮ ਨੂੰ ਸੰਜਮ 'ਚ ਬਦਲਣਾ, ਸਹਿਜ ਵਿੱਚ ਬਦਲਦਾ ਹੈ। ਕ੍ਰੋਧ ਵੀਰ ਰਸ 'ਚ ਬਦਲਦਾ, ਕ੍ਰੋਧ ਨਹੀਂ ਕਰਨਾ ਪਰ ਵੀਰ ਰਸ ਵਿੱਚ ਆਉਣਾ, ਖੰਡਾ ਖੜਕਾਉਣਾ। ਲੋਭ ਨੂੰ ਬਦਲਣਾ ਹੈ ਸੰਤੋਖ ਵਿੱਚ, ਔਰ ਹੰਕਾਰ ਨੂੰ ਨਿਮਰਤਾ ਵਿੱਚ। ਹੀਣ ਭਾਵਨਾ 'ਚ ਨਹੀਂ ਜਾਣਾ, ਨਿਮਰਤਾ 'ਚ ਬਦਲਣਾ। ਮੋਹ ਨੂੰ ਪ੍ਰੇਮ 'ਚ ਬਦਲਣਾ। ਇਹ ਸਹਿਜ ਦੇ ਵਿੱਚ ਹੁੰਦਾ ਹੀ ਇਸ ਤਰ੍ਹਾਂ ਹੀ। ਇਹਨੂੰ ਸਹਿਜ ਕਹਿੰਦੇ, ਬਿਲਕੁਲ ਸਰਲਤਾ, ਡਾਇਕੋਟਮੀ ਤੋਂ ਰਹਿਤ, ਡੁਐਲਿਟੀ ਤੋਂ ਬਾਹਰ, ਏਕੇ ਨਾਲ ਪ੍ਰੀਤ। ਔਰ ਇਹ ਹੋਣਾ ਸਾਰਾ ਕੁਛ ਗੁਰੂ ਦੀ ਭੇਂਟਾਂ ਨਾਲ।
ਗੁਰ ਭੇਂਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਗੁਰੂ ਦੀ ਭੇਂਟ ਤੋਂ ਬਿਨਾਂ ਇਹ ਚੀਜ਼ਾਂ ਨਹੀਂ ਹੋਣੀਆਂ। ਹਉਮੈ ਟੁੱਟਣ ਤੋਂ ਮੁਰਾਦ ਹੈ, ਹਉਮੈ ਟੁੱਟੇ ਬਿਨਾਂ ਇਹ ਚੀਜ਼ਾਂ ਨਹੀਂ ਪੈਦਾ ਹੋਣੀਆਂ। ਸਾਧ ਸੰਗਤ ਜੀਓ, ਅੱਗੇ ਥੋੜ੍ਹੀ ਜਿਹੀ ਵਿਚਾਰ ਹੋਰ ਵੀ ਹੈ ਜੇ ਸਹਿਜ ਦੇ ਉੱਤੇ। ਗੁਰਬਾਣੀ 'ਚ ਜ਼ਿਕਰ ਹੈ, ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ। ਖਟ ਕਰਮ 6 ਕਰਮ ਔਰ ਇਹ ਤੇ ਦੁੱਗਣੇ 12 ਕਰਮ, ਇਹ ਪੰਡਿਤ ਨੇ ਵਿਧਾਨੇ ਹੋਏ ਹੈ। ਪੂਜਾ ਕਰਤਾ ਨਾਏ, ਨਹਾ ਕੇ ਪੂਜਾ ਕਰਦਾ ਫਿਰ ਉਹ। ਕਿਹੜੇ ਕਿਹੜੇ 6 ਕਰਮ ਹੈ? ਵਿੱਦਿਆ ਪੜ੍ਹਨੀ ਪੜ੍ਹਾਉਣੀ, ਯੱਗ ਕਰਨੇ ਕਰਾਉਣੇ, ਦਾਨ ਦੇਣਾ ਔਰ ਲੈਣਾ। 6 ਕਰਮ ਤਾਂ ਇਹ ਹੈ। ਖਟ ਕਰਮਾਂ ਤੇ ਦੁੱਗਣੇ 6 ਹੋਰ ਹੈ। ਕਿਹੜੇ ਕਿਹੜੇ? ਜਪ, ਤਪ, ਤੀਰਥ ਕਰਨਾ, ਨਹਾਉਣਾ ਧੋਣੇ ਨੂੰ ਇਸ਼ਨਾਨ ਕਰਨਾ, ਦੇਵ ਪੂਜਾ ਔਰ ਹਵਨ। 6 ਕਰਮ ਇਹ। ਜੇ ਇਹ 12 ਕਰਮ ਵੀ ਕਰਦਾ ਬੰਦਾ, ਰੰਗ ਨਾ ਲੱਗੀ ਪਾਰ ਬ੍ਰਹਮ, ਤਾਂ ਸਰ ਪਰ ਨਰਕੇ ਜਾਏ। ਜੇ ਪਾਰ ਬ੍ਰਹਮ ਦਾ ਰੰਗ ਨਹੀਂ ਲੱਗਿਆ ਇਹਨਾਂ ਕਰਮਾਂ ਨੂੰ ਕਰਦੇ ਹੋਏ, ਏਕੇ ਨਾਲ ਪ੍ਰੀਤ ਨਾ ਬਣੀ, ਤਾਂ ਗੁਰੂ ਸਾਹਿਬ ਫਰਮਾਉਂਦੇ ਵੀ ਸਰ ਪਰ ਜ਼ਰੂਰ ਹੀ ਨਰਕ ਨੂੰ ਜਾਊ, 84 ਬਣੀ ਰਹੂਗੀ। ਉਹ ਮੁੱਢਾ ਕੁੱਥੋਂ ਜਾਣ ਵਾਲੀ ਗੱਲ ਇਹੀ ਹੈ ਵੀ ਸਾਨੂੰ ਏਕੇ ਦਾ ਪਤਾ ਹੋਵੇ, ਇੱਕ ਨਾਲ ਜੁੜਨਾ ਹੈ। ਦੈਂਤ ਪੁੱਤ ਕਰਮ ਧਰਮ ਕਛ ਸੰਜਮ ਨਾ ਪੜੈ, ਦੂਜਾ ਭਉ ਨਾ ਜਾਣੈ। ਹਰਨਾਕਸ਼ ਦਾ ਪੁੱਤਰ ਦੈਂਤ ਦਾ ਪ੍ਰਹਲਾਦ ਬਾਲ ਅਵਸਥਾ ਹੈ, ਲੇਕਿਨ ਉਹ ਦੂਜੇ ਭਉ ਨੂੰ ਜਾਣਦਾ ਹੀ ਨਹੀਂ। ਕੋਈ ਕਰਮ ਧਰਮ ਨਹੀਂ ਕਰਿਆ ਉਹਨੇ, ਕੋਈ ਸੰਜਮ ਨਹੀਂ ਕਰਿਆ, ਲੇਕਿਨ ਪਰਮਾਤਮਾ ਦੇ ਨਾਲ ਪ੍ਰੀਤ ਲੱਗੀ ਹੋਈ ਸੀ, ਉਹਦਾ ਵਿਰਾ ਕੇ ਬਚਾਓ ਕਰਿਆ ਪਰਮਾਤਮਾ ਨੇ। ਏਕੋ ਪੜ੍ਹੈ ਏਕੋ ਨਾਉ ਬੁੱਝੈ, ਦੂਜਾ ਅਵਰ ਨਾ ਜਾਣੈ। ਇੱਕੋ ਪੜ੍ਹਨਾ ਹੈ, ਇੱਕ ਦੀ ਉਹ ਵਿਚਾਰ ਕਰਨੀ ਹੈ, ਇੱਕ ਨੂੰ ਮਨ 'ਚ ਵਸਾਉਣਾ, ਉਸੇ ਨੂੰ ਬੁੱਝਣਾ। ਹੋਰ ਦੀ ਤਾਂ ਗੱਲ ਹੀ ਨਹੀਂ ਜ਼ਬਾਨ ਪਰ ਆਉਣੀ ਚਾਹੀਦੀ। ਔਰ ਇਸ ਤਰ੍ਹਾਂ ਵੀ ਲਿਖਿਆ ਗੁਰਬਾਣੀ ਵਿੱਚ, 100 ਮੁਖ ਜਲੋ ਜਿਤ ਕਹੈ ਠਾਕਰ ਜੋਨੀ। ਜਿਹੜੀ ਜ਼ਬਾਨ ਇਹ ਕਹਿੰਦੀ ਹੈ ਵੀ ਠਾਕਰ ਜੂਨਾ ਚਾਹੁੰਦਾ, ਡੁਐਲਿਟੀ ਵਿੱਚ ਹੈ, ਉਹ ਜਲ ਜਾਣੀ ਚਾਹੀਦੀ ਹੈ। ਕੇਵਲ ਨਾਮ ਨਾਨਕ ਕਹਿ ਕਰ, ਕੇਵਲ ਨਾਮ। ਜਿਹੜਾ ਹੁਕਮ ਨੂੰ ਮੰਨ ਲਿਆ ਉਹਨੂੰ ਸਹਿਜ ਉਹਦੇ ਅੰਦਰ ਬਣ ਜਾਊਗਾ। ਜਿਹੜਾ ਹੁਕਮ ਨੂੰ ਨਹੀਂ ਮੰਨਦਾ, ਆਪਣੀ ਮੈਂ ਨੂੰ ਬੜਾ ਕਰਦਾ, ਉਹ ਸਹਿਜ ਵਿੱਚ ਨਹੀਂ ਕਦੇ ਵੀ ਆ ਸਕਦਾ। ਤੇ ਹਉਮੈ ਤੋਂ ਦੂਰੀ ਬਣਾਉਣਾ, ਸਰਲਤਾ ਵਿੱਚ ਆਉਣਾ, ਡਾਇਕੋਟਮੀ ਤੋਂ ਦੂਰ ਨਿਕਲਣਾ, ਡੁਐਲਿਟੀ ਤੋਂ ਪਰੇ ਹਟਣਾ, ਇਹਨੂੰ ਸਹਿਜ ਕਹਿੰਦੇ ਆ। ਸਾਧ ਸੰਗਤ ਜੀ, ਉਹ ਬੇਧਿਆਨਾ ਵੀ ਨਹੀਂ ਹੋਣਾ ਔਰ ਸਮਾਧੀਆਂ ਵੀ ਨਹੀਂ ਲਾਉਣੀਆਂ ਜਿਹੜੀਆਂ ਦੁਨੀਆ ਲਗਾਉਂਦੀ ਹੈ। ਫਿਰ ਕਿਆ ਕਰਨਾ? ਸਹਿਜ ਸਮਾਧ ਕਰਨੀ। ਉਹ ਤਾਂ ਹੋਊਗੀ ਜੇ ਗੁਰੂ ਭੇਟਾ ਹੋ ਜੇ, ਸਾਨੂੰ ਸਮਝ ਆ ਜਾਏ, ਚੱਲਦਿਆਂ ਫਿਰਦਿਆਂ ਨਾਮ ਜਪਣਾ, ਫਿਰ ਉਹਨੂੰ ਕਹਿੰਦੇ ਸਹਿਜ ਸਮਾਧ। ਸਮਾਧੀ ਲਾਉਣੀ ਕੋਈ ਬੁਰੀ ਗੱਲ ਨਹੀਂ ਹੈ, ਜੇ ਏਕ ਏਕ ਕਰਕੇ ਲਗਾਈ ਜਾਵੇ। ਗੁਰੂ ਤੇਗ ਬਹਾਦਰ ਜੀ ਵੀ ਲਗਾਉਂਦੇ ਰਹੇ, ਉਹ ਏਕੇ 'ਚ ਲੱਗਣੀ ਚਾਹੀਦੀ। ਜੇ ਏਕੇ ਤੋਂ ਬਿਨਾਂ, ਜਿਵੇਂ ਸੰਸਾਰ ਕਰਦਾ ਹੈ, ਆਪਣੇ ਮਨ ਵੱਲੋਂ ਸ਼ੁਰੂ ਕਰਦਾ ਵੀ ਮੈਂ ਰੱਬ ਨੂੰ ਪਾਉਣ ਚੱਲਿਆ, ਉਹ ਤਾਂ ਪਹਿਲਾਂ ਹੀ ਮੁੱਢ ਤੇ ਹੀ ਕੁੱਥਿਆ ਹੋਇਆ। ਆਪਣੇ ਵੱਲੋਂ ਤਾਂ ਇਹ ਹੈ ਹੀ ਨਹੀਂ, ਇਹ ਤਾਂ ਗੁਰੂ ਵੱਲੋਂ ਬਖਸ਼ਿਸ਼ ਹੈ। ਸਾਡੀ ਭਾਵਨਾ ਹੀ ਬਿਲਕੁਲ ਉਲਟੀ ਹੈ। ਇਸ ਕਰਕੇ ਸਾਧ ਸੰਗਤ ਜੀ, ਨਾ ਬੁੱਧੂ ਬਣਨਾ ਹੈ, ਨਾ ਚਲਾਕ ਹੋਣਾ ਹੈ। ਇਨ ਬਿਟਵੀਨ ਮਾਰਗ ਹੈ, ਵਿਚਾਲੇ ਦਾ ਮਾਰਗ ਹੈ। ਔਰ ਨਾ ਹੀ ਬਹੁਤਾ ਬੋਲਣਾ ਹੈ, ਨਾ ਹੀ ਚੁੱਪ ਕਰਨਾ। ਕਹਿੰਦੇ ਨਹੀਂ ਆਪਾਂ, ਵੈਸੇ ਵੀ ਅਕਸਰ ਇੱਕ ਅਖਾਣ ਹੈ ਪੰਜਾਬੀ 'ਚ, ਅੰਤ ਨਾ ਬਹੁਤਾ ਬੋਲਣਾ, ਅੰਤ ਨਾ ਬਹੁਤੀ ਚੁੱਪ, ਅੰਤ ਨਾ ਬਹੁਤਾ ਬਰਸਣਾ, ਅੰਤ ਨਾ ਬਹੁਤੀ ਧੁੱਪ। ਬੋਲਣਾ ਹੈ, ਪਰ ਉਨਾ ਬੋਲਣਾ ਜਿਹਦੇ ਬਿਨਾਂ ਨਹੀਂ ਸਰਦਾ, ਔਰ ਏਕੇ ਖਾਤਰ ਬੋਲਣਾ। ਮੌਨ ਵੀ ਨਹੀਂ ਧਾਰਨਾ, ਇਹਦਾ ਪਹਿਲਾਂ ਹੀ ਖੰਡਨ ਹੈ ਜਪਜੀ ਸਾਹਿਬ 'ਚ ਮੌਨ ਧਾਰਨ ਦਾ। ਔਰ ਬੇਲੋੜਾ ਬੋਲਣਾ, ਬਕ ਬਕ ਕਰਨੀ, ਉਹਦਾ ਵੀ ਕੋਈ ਮਤਲਬ ਨਹੀਂ ਹੈ। ਇੱਕ ਹੋਰ ਜਗ੍ਹਾ ਜ਼ਿਕਰ ਆਉਂਦਾ ਹੈ, ਸਾਧ ਸੰਗਤ ਜੀਓ, ਵਿਚਾਰ ਤਾਂ ਬਹੁਤ ਉੱਭਰਦੇ ਆ, ਪਰ ਉਹ ਫਿਰ ਜਦ ਪੂਰੀ ਸਮਾਂ ਨਹੀਂ ਮਿਲਦਾ, ਕਈ ਵਾਰ ਵਿਸਰ ਵੀ ਜਾਂਦੇ ਆ। ਇਹ ਜਿਹੜਾ ਸਹਿਜ ਹੈ, ਇਹਦੇ ਨਾਲ ਨੌਨ ਰਿਲੇਟਿਵਿਟੀ ਜੁੜੀ ਹੋਈ ਹੈ ਆਇਨਸਟਾਈਨ ਦੀ। ਜਿਵੇਂ ਆਇਨਸਟਾਈਨ ਨੇ ਕਿਹਾ ਨਾ ਵੀ ਸਾਰਾ ਸੰਸਾਰ ਰਿਲੇਟਿਵਿਟੀ 'ਚ ਹੈ, ਥਿਊਰੀ ਆਫ ਰਿਲੇਟਿਵਿਟੀ। ਔਰ ਆਇਨਸਟਾਈਨ ਨੇ ਖੁਦ ਵੀ ਮੰਨਿਆ ਵੀ ਕੁਛ ਚੀਜ਼ਾਂ ਜਿਹੜੀਆਂ ਨੂੰ ਪਹਿਲਾਂ ਸਾਇੰਸ ਮੰਨਦੀ ਸੀ ਵੀ ਇਹ ਰਿਲੇਟਿਵ ਨੌਨ ਰਿਲੇਟਿਵ ਹੈ, ਵੀ ਉਹ ਸਾਰੀਆਂ ਰਿਲੇਟਿਵ ਹੈ। ਜਿਵੇਂ ਰੋਸ਼ਨੀ ਹੈ,
ਇਹ ਖੁਦ ਮੁਖਤਿਆਰ ਹੈ ਵੀ ਸਿੱਧੀਆਂ ਲਾਈਨਾਂ ਵੀ ਚੱਲਦੀ ਹੈ, ਇਹਦੇ ਪਰ ਕੋਈ ਅਸਰ ਨਹੀਂ ਹੈ। ਪਰ ਉਹਨੇ ਸਾਬਤ ਕਰ ਦਿੱਤਾ ਵੀ ਜਦ ਲਾਈਟ ਦੀਆਂ ਕਿਰਨਾਂ ਕਿਸੇ ਬੜੇ ਗ੍ਰਹਿ ਦੇ ਕੋਲ ਦੀ ਲੰਘਦੀਆਂ ਤਾਂ ਗ੍ਰਹਿ ਦੀ ਜਿਹੜੀ ਆਕਰਸ਼ਣ ਸ਼ਕਤੀ ਹੈ, ਗੁਰੂਤਾ ਸ਼ਕਤੀ, ਉਹ ਉਹਨਾਂ ਲਾਈਨਾਂ ਨੂੰ ਟੇਢ ਪਾ ਦਿੰਦੀਆਂ, ਟਵਿਸਟ ਐਂਡ ਵਾਰਪ ਹੋ ਜਾਂਦੀਆਂ। ਤਾਂ ਫਿਰ ਉਹ ਵੀ ਅਸਰ ਵਿੱਚ ਆ ਗਈਆਂ, ਐਬਸੋਲਿਊਟ ਉਹ ਵੀ ਨਾ ਰਹੀਆਂ, ਉਹ ਨਾਨ ਰਿਲੇਟਿਵ ਨਹੀਂ ਰਹਿ ਜਾਂਦੀਆਂ। ਫਿਰ ਸਪੇਸ ਵੀ ਨਹੀਂ ਨਾਨ ਰਿਲੇਟਿਵ ਰਹਿੰਦੀ, ਅਲੱਗ ਅਲੱਗ ਜਗ੍ਹਾ ਤੋਂ ਦੇਖਣ ਤੋਂ ਅਲੱਗ ਅਲੱਗ ਦੂਰੀ ਆਉਂਦੀ ਹੈ ਸੂਰਜ ਚੰਦਰਮਾ ਦੀ। ਬਿਲਕੁਲ ਇਸੇ ਤਰ੍ਹਾਂ ਜਿਹੜਾ ਮਨ ਦੇ ਵਿੱਚ ਸਹਿਜ ਬਣਦਾ ਸਾਧ ਸੰਗਤ ਜੀਓ, ਉਹ ਗੁਰੂ ਭੇਂਟ ਤੋਂ ਬਾਅਦ ਜਿਹੜੀਆਂ ਵੀ ਅਵਸਥਾਵਾਂ ਬਣਦੀਆਂ, ਜਿਵੇਂ ਨਿਰਮਲ ਭਉ ਦਾ ਪੈਣਾ, ਵਿਰਾਗ ਦਾ ਪੈਦਾ ਹੋ ਜਾਣਾ, ਵਿਵੇਕ ਦਾ ਪੈਦਾ ਹੋ ਜਾਣਾ, ਇਹ ਸਾਰੀਆਂ ਚੀਜ਼ਾਂ ਨਾਨ ਰਿਲੇਟਿਵ ਹੈ। ਨਿਰਭੈਤਾ ਆ ਜਾਣਾ, ਡਰ ਹੁੰਦਾ ਹੀ ਨਹੀਂ ਮੌਤ ਦਾ। ਐਵੇਂ ਐਵੇਂ ਥੋੜ੍ਹਾ ਗੁਰੂ ਸਾਹਿਬ ਬੈਠ ਕੇ ਤੱਤੀਆਂ ਤਵੀਆਂ ਤੇ, ਉਹ ਨਾਨ ਰਿਲੇਟਿਵਿਟੀ ਅੰਦਰ ਆਈ ਹੋਈ ਸੀ। ਕਿਸੇ ਚੀਜ਼ ਦਾ ਪ੍ਰਭਾਵ ਨਹੀਂ ਕਬੂਲਦਾ ਫਿਰ ਬੰਦਾ। ਇਨਰ ਰਿਲੇਸ਼ਨ ਜਿਹੜੀ ਵੀ ਗੱਲ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ। ਪਰਮਾਤਮਾ ਖੁਦ ਨਾਨ ਰਿਲੇਟਿਵ ਹੈ, ਉਹਦੇ ਪਰ ਕਿਸੇ ਚੀਜ਼ ਦਾ ਕੋਈ ਪ੍ਰਭਾਵ ਨਹੀਂ, ਉਹਨੇ ਆਪਣਾ ਜਾਰੀ ਹੈ ਜਿਸ ਤਰ੍ਹਾਂ ਵੀ ਹੈ। ਉਹ ਇਸ ਤਰ੍ਹਾਂ ਹੀ ਮਨ ਦੇ ਵਿੱਚ ਸਹਿਜ ਬਣਦਾ ਜਦੋਂ, ਉਦੋਂ ਵੀ ਨਾਨ ਰਿਲੇਟਿਵਿਟੀ ਆਉਂਦੀ ਹੈ। ਕੋਈ ਲੋਭ ਲਾਲਚ ਡਰਾ ਨਹੀਂ ਸਕਦਾ, ਧਮਕਾ ਨਹੀਂ ਸਕਦਾ, ਮਨ ਨੂੰ ਗੇਰ ਨਹੀਂ ਸਕਦਾ ਨੀਚੇ, ਨਿਡਰ ਹੋ ਜਾਂਦਾ ਬੰਦਾ, ਖੰਡਾ ਖੜਕਾਉਂਦਾ ਮੈਦਾਨੇ ਜੰਗ ਦੇ ਵਿੱਚ ਜਾ ਕੇ ਫਿਰ। ਔਰ ਜਿਹੜਾ ਨਿਮਰਤਾ ਹੈ ਜਿਹੜੀ, ਔਰ ਪਰਮਾਤਮਾ ਦਾ ਰਸਤਾ, ਉਹਦਾ ਅੰਚਲ ਨਹੀਂ ਛੱਡਦਾ ਕਦੇ ਵੀ। ਜੇ ਦੁਸ਼ਮਣ ਨੇ ਹੱਥ ਖੜੇ ਕਰ ਦਿੱਤੇ ਉੱਥੇ ਹੀ ਸਮਾਪਤੀ ਕਰ ਦਿੰਦਾ, ਦੁਬਾਰਾ ਨਹੀਂ ਉਹਦੇ ਤੇ ਵਾਰ ਕਰਦਾ। ਫਿਰ ਰਿਵੈਂਜ ਨਹੀਂ ਕਰਦਾ, ਅਵੈਂਜ ਕਰਦਾ ਹੈ। ਦੁਸ਼ਮਣ ਨੂੰ ਉਹਦੀ ਕਰੇ ਹੋਏ ਦੀ ਸਜ਼ਾ ਜ਼ਰੂਰ ਦਿੰਦਾ ਹੈ, ਲੇਕਿਨ ਬਦਲਾ ਨਹੀਂ ਲੈਂਦਾ ਕਦੇ ਵੀ ਸਹਿਜ ਵਾਲਾ ਬੰਦਾ। ਬਦਲਾ ਹੋਰ ਚੀਜ਼ ਹੈ, ਬਦਲਾ ਤ੍ਰੈ ਗੁਣਾ 'ਚ ਲਿਆ ਜਾਂਦਾ। ਪਹਿਲਾਂ ਹੋਲੀਆਂ ਵਿਚਾਰਾਂ ਇਹ ਸਾਰੀਆਂ ਤੋਂ ਨਾਨ ਰਿਲੇਟਿਵ ਹੋ ਜਾਂਦਾ ਜਿਹੜਾ ਸਹਿਜ ਵਾਲਾ ਬੰਦਾ। ਔਰ ਇਹ ਜਿਹੜਾ ਸਹਿਜ ਹੈ, ਇਹਦੀ ਤਾਂ ਕਥਾ ਹੀ ਬਹੁਤ ਨਿਰਾਲੀ ਹੈ। ਜਿਵੇਂ ਉੱਪਰ ਜ਼ਿਕਰ ਕਰਿਆ ਕਬੀਰ ਜੀ ਨੇ, ਇਹਨੂੰ ਤਾਂ ਸਮਝਣਾ ਹੀ ਬਹੁਤ ਮੁਸ਼ਕਿਲ ਹੈ। ਨਾ ਉੱਥੇ ਸੂਰਜ ਹੈ, ਨਾ ਉੱਥੇ ਚੰਦ ਹੈ, ਨਾ ਧਰਤੀ ਹੈ। ਜਦੋਂ ਪਹਿਲਾਂ ਪਰਮਾਤਮਾ ਸੀ ਉਹ ਵੀ ਤਾਂ ਸਹਿਜ ਹੈ, ਪਰਮਾਤਮਾ ਇਟ ਸੈਲਫ ਸਹਿਜ ਹੈ। ਉੱਥੇ ਇਹ ਕੁਛ ਵੀ ਨਹੀਂ ਸੀਗਾ, ਨਾ ਸਮਾਂ ਸੀ, ਨਾ ਧੁੱਪ ਸੀ, ਨਾ ਛਾਂ ਸੀ, ਸੂਰਜ ਚੰਦੇ ਨਹੀਂ ਸੀਗਾ, ਸਮਾਂ ਕਿੱਥੇ ਤੇ ਆਉਣਾ ਸੀਗਾ। ਤੋ ਨਾ ਹੀ ਕੋਈ ਲੋਕ ਪਰਲੋਕ ਸੀਗਾ, ਜਿਹੜਾ ਦੇਵਤਿਆਂ ਵਾਲੇ ਸਮਝਦੇ ਆਪਾਂ ਵੀ ਉੱਪਰ ਪਰਲੋਕ ਹੈ, ਸਵਰਗ ਵਗੈਰਾ, ਕੁਛ ਵੀ ਨਹੀਂ ਥਾ ਉਦੋਂ। ਕੇਵਲ ਅਗੰਮ ਅਗੋਚਰ ਸੀ, ਅਤੋਲ, ਤੋਲਿਆ ਨਹੀਂ ਜਾ ਸਕਦਾ, ਉਹ ਮੁੱਕ ਨਹੀਂ ਸਕਦਾ, ਕੁਛ ਵੀ ਐਸਾ ਨਹੀਂ ਹੈ। ਉਹ ਨਾਨ ਰਿਲੇਟਿਵ ਹੈ। ਉਹੀ ਜਿਹੀ ਅਵਸਥਾ ਮਨ ਦੇ ਵਿੱਚ ਸੰਤਾਂ ਦੇ ਬਣਦੀ ਹੈ, ਬ੍ਰਹਮ ਗਿਆਨੀਆਂ ਦੇ ਬਣਦੀ ਹੈ। ਇੱਕ ਜਗ੍ਹਾ ਜ਼ਿਕਰ ਹੈ ਗੁਰਬਾਣੀ 'ਚ, ਅਬ ਮਨ ਉਲਟ ਸਨਾਤਨ ਹੁਆ, ਤਬ ਜਾਨਿਆ ਜਾ ਜੀਵਤ ਮੁਆ। ਸਨਾਤਨ ਮਤਲਬ ਹੈ ਸਰਲਤਾ। ਜਿਹਾ ਜਿਹਾ ਪਹਿਲਾਂ ਜੰਮਦੇ ਸਾਰ ਸੁਭਾਅ ਹੁੰਦਾ ਬੰਦੇ ਦਾ, ਉਹਨੂੰ ਰੱਖਣਾ, ਉਹਨੂੰ ਬਣਾਉਣਾ। ਉਹ ਜਿਹੜੀ ਕੰਪਲੈਕਸਿਟੀ ਆਉਂਦੀ ਹੈ ਬਾਅਦ ਵਿੱਚ, ਵਿਕਟਨੈਸ ਆਉਂਦੀ ਹੈ, ਉਹ ਤੋਂ ਬਚਣਾ। ਸਾਧ ਸੰਗਤ ਜੀ, ਉਹ ਸਹਿਜ ਦਾ ਮਤਲਬ ਇੱਕ ਇਹ ਵੀ ਹੈਗਾ ਵੀ ਨਾਲ ਜੁੜਿਆ ਹੋਇਆ ਭਰਾ ਜਿਹੜਾ ਹੁੰਦਾ ਉਹਨੂੰ ਸਹਿਜ ਕਹਿੰਦੇ, ਜੁੜਵੇਂ ਬੱਚਿਆਂ 'ਚੋਂ ਇੱਕ ਨੂੰ, ਇੱਕ ਦੇ ਪ੍ਰਤੀ ਦੂਜੇ ਨੂੰ। ਤੋ ਜੋ ਸੁਭਾਅ ਜਨਮ 'ਤੇ ਹੁੰਦਾ ਬੰਦੇ ਦਾ, ਉਹੀ ਕਹਿਣਾ। ਵੈਸੇ ਸਹਿਜ ਸ਼ਬਦ ਗੁਰਬਾਣੀ ਵਿੱਚ ਹੋਰ ਅਰਥਾਂ ਵਿੱਚ ਵੀ ਆਇਆ ਹੋਇਆ, ਜਿਵੇਂ ਕਬੀਰ ਜੀ ਦਾ ਫਰਮਾਨ ਹੈ, ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਵਾਂ ਕੋ ਸਹਿਜ ਨਾ ਜਾਈ। ਨਿੰਮ ਨੂੰ ਅੰਮ੍ਰਿਤ ਦੁੱਧ ਪਾ ਪਾ ਕੇ ਮਿੱਠੇ ਨਾਲ ਸਿੰਜੀ ਜਾਓ, ਉਹਦੀ ਕੜੱਤਣ ਨਹੀਂ ਜਾਂਦੀ, ਉਹਦਾ ਸੁਭਾਅ ਨਹੀਂ ਜਾਂਦਾ। ਉੱਥੇ ਸਹਿਜ ਦਾ ਮਤਲਬ ਹੈ ਸੁਭਾਅ। ਵੈਸੇ ਗੁਰਬਾਣੀ 'ਚ ਜਿਹੜਾ ਸਹਿਜ ਆਇਆ ਹੋਇਆ, ਉਹ ਨਵੇਕਲੀ ਚੀਜ਼ ਹੈ ਦੁਨੀਆ ਤੋਂ। ਉਹ ਸਨਾਤਨਤਾ ਵਿੱਚ ਆਉਣਾ ਹੈ। ਜੇ ਆਪਾਂ ਆਪਣੇ ਮਨ ਨੂੰ ਪਹਿਲਾਂ ਵਰਗੀ ਅਵਸਥਾ 'ਚ ਲੈ ਜਾਈਏ ਗੁਰੂ ਦੀ ਕਿਰਪਾ ਦੇ ਨਾਲ, ਤਾਂ ਉਸ ਤੋਂ ਬਿਨਾਂ ਤਾਂ ਇਹ ਹੋਣਾ ਹੀ ਨਹੀਂ ਹੈ। ਗੁਰੂ ਦੀ ਕਿਰਪਾ ਬਿਨਾਂ ਬਿਲਕੁਲ ਹੋਣਾ ਹੀ ਨਹੀਂ। ਫਿਰ ਉਸ ਅਵਸਥਾ ਦੇ ਵਿੱਚ ਸਾਧ ਸੰਗਤ ਜੀ, ਉਹ ਗੁਰਬਾਣੀ 'ਚ ਫਰਮਾਨ ਹੈ ਵੀ ਬਿਨ ਜਲ ਸੰਗਮ ਮਨ ਮੈਂ ਨਹਾਵੈ। ਫਿਰ ਕਿਸੇ ਜਲ ਦੀ, ਫਿਰ ਕਿਸੇ ਸੰਗਮ ਪਰ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਮਾਘ ਦੇ ਮਹੀਨੇ 'ਚ ਲੋਕ ਜਾਂਦੇ ਦਰਿਆਵਾਂ ਦੇ ਕੰਢਿਆਂ 'ਤੇ ਇਸ਼ਨਾਨ ਕਰਨ, ਆਪਣੇ ਪਾਪ ਧੋਣ। ਗੁਰਬਾਣੀ ਫਰਮਾਉਂਦੀ ਹੈ ਵੀ ਮੈਂ ਤੀਰਥ ਅੰਦਰ ਸਮਝ ਲਿਆ ਆਪਣੇ ਮਨ ਨੂੰ ਹੀ, ਪਰਮਾਤਮਾ ਅੰਦਰ ਹੀ ਹੈ, ਉਸੇ ਨੂੰ ਤੀਰਥ ਸਮਝ ਲਿਆ। ਪਰ ਪਵਿੱਤਰਤਾ ਆ ਗਈ ਉਹਦੇ ਨਾਲ, ਨਹਾ ਕੇ ਨਹੀਂ ਆਉਂਦੀ ਕਦੇ ਵੀ ਪਵਿੱਤਰਤਾ। ਔਰ ਬਿਨਾਂ ਬੱਦਲਾਂ ਤੋਂ ਬਰਸਾਤ ਹੋਣੀ,
ਬਿਨਾ ਮੜਿਆ ਹੋਇਆ, ਬਿਨਾ ਚੰਮ ਤੋਂ ਢੋਲ ਵੱਜਦਾ ਹੋਵੇ, ਬਿਨਾ ਕਿੰਕਰੀ ਤੋਂ ਅਨੂਪ ਟਿਊਨ ਨਿਕਲਦੀ ਹੋਵੇ। ਜੋਗੀਆ ਮਤਵਾਰੋ ਰੇ ਕਿੰਕਰੀ ਅਨੂਪ ਵੱਜੈ। ਬਿਨਾ ਕਿਸੇ ਸਾਜ਼ ਤੋਂ ਅੰਦਰ ਜਿਹੜਾ ਵਾਜਾ ਵੱਜਦਾ ਅਨਹਦ, ਉਹ ਵੱਜਣਾ, ਉਹ ਸਹਿਜ ਦੀ ਅਵਸਥਾ 'ਚ ਹੈ। ਔਰ ਇਹ ਵੀ ਪਵਿੱਤਰ ਵਚਨ ਹੈ ਵੀ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੋ ਹਰ ਪਾਸਾ। ਜਿਵੇਂ ਇਹ ਹਵਾ, ਪਾਣੀ, ਅੱਗ, ਪ੍ਰਿਥਵੀ, ਆਕਾਸ਼, ਇਹਨਾਂ ਦੇ ਆਪਣੇ ਗੁਣ ਹੈ। ਹਵਾ ਹਰ ਇੱਕ ਨੂੰ ਲੱਗਦੀ ਹੈ, ਅਮੀਰ ਹੋਵੇ ਗਰੀਬ ਹੋਵੇ, ਸੂਰਜ ਦੀਆਂ ਕਿਰਨਾਂ ਹਰ ਇੱਕ ਨੂੰ ਲੱਗਦੀਆਂ। ਇਸ ਤਰ੍ਹਾਂ ਦਾ ਹੋ ਜਾਣਾ ਬੰਦੇ ਦਾ ਸੁਭਾਅ, ਸਹਿਜ ਵਿੱਚ ਆ ਜਾਣਾ। ਦੁਸ਼ਮਣ ਨੂੰ ਵੀ ਬਖਸ਼ ਦੇਣਾ ਜੇ ਉਹ ਸ਼ਰਨ ਆ ਜਾਂਦਾ ਫਿਰ। ਤੋ ਇਹ ਸਾਰੀ ਅਵਸਥਾ ਸਹਿਜ ਜਿਹੜਾ ਹੈ ਉਹ ਪ੍ਰਾਪਤ ਸ਼ਬਦ ਤੋਂ ਹੋਣੀ ਹੈ। ਸਾਧ ਸੰਗਤ, ਸ਼ਬਦ ਤੋਂ ਬਿਨਾਂ ਇਹ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ। ਸ਼ਬਦ ਗੁਰੂ ਹੈ ਇਸੀ ਕਰਕੇ। ਔਰ ਤਿੰਨਾਂ ਗੁਣਾਂ 'ਚੋਂ ਨਿਕਲ ਕੇ ਚੌਥੇ ਗੁਣ 'ਚ ਜਦ ਪ੍ਰਵੇਸ਼ ਹੋਊਗਾ ਉਦੋਂ ਇਹ ਸਹਿਜ ਬਣਨਾ। ਉਸ 'ਤੇ ਉਹ ਨਹੀਂ ਬਣ ਸਕਦਾ। ਜਿੰਨਾ ਮਰਜ਼ੀ ਸੰਸਾਰ ਜ਼ੋਰ ਲਾਈ ਜਾਵੇ, ਕੁਛ ਵੀ ਕਰੀ ਜਾਵੇ, ਇਸ ਤਰ੍ਹਾਂ ਦਾ ਨਹੀਂ ਹੈ। ਤੋ ਸਹਿਜ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਜਾਂ ਕਹਿ ਸਹਿਜ ਭਇਆ ਸੋ ਜਾਣੈ, ਨਾਨਕ ਦਾਸ ਤਾਂ ਕਹਿ ਕੁਰਬਾਨੈ। ਹੁਣ ਸਹਿਜ ਅਸੀਂ ਤਾਂ ਗੱਲਾਂ ਹੀ ਕਰਦੇ ਹਾਂ, ਪੜ੍ਹ ਲੀਆਂ, ਸੁਣ ਲੀਆਂ, ਵਿਚਾਰ ਕਰ ਲਈ, ਪਰ ਜਿਹਦੇ ਅੰਦਰ ਸਹਿਜ ਪੈਦਾ ਹੋ ਜਾਏ ਉਹਨੂੰ ਉਹੀ ਸਵਾਦ ਲੈ ਸਕਦਾ, ਉਹਦਾ ਉਹੀ ਮਾਣ ਸਕਦਾ। ਸਹਿਜ ਗੱਲਾਂ ਕਰਨ ਦਾ ਵਿਸ਼ਾ ਨਹੀਂ ਹੈ, ਸਹਿਜ ਮਾਣਨ ਦਾ ਵਿਸ਼ਾ। ਜਿੰਨੀ ਜਿੰਨੀ ਕਿਸੇ ਨੂੰ ਅਵਸਥਾ ਵਾਹਿਗੁਰੂ ਨੇ ਬਖਸ਼ੀ ਹੈ, ਰਾਮ ਜੀ ਨੇ ਦਿੱਤੀ ਹੈ, ਉਨੀ ਉਨੀ ਉਹ ਗੱਲ ਕਰ ਲੈਂਦਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕਿਆ ਕਹੂਗਾ ਗੂੰਗਾ ਵੀ ਗੁੜ ਕਿਹੋ ਜਿਹਾ? ਐਂ ਸਿਰ ਹਿਲਾ ਹਲੂ ਕੇ ਤਾਂ ਇਸ਼ਾਰੇ ਤਾਂ ਕਰ ਸਕਦਾ, ਪਰ ਦੱਸ ਨਹੀਂ ਸਕਦਾ ਕੁਛ ਵੀ। ਤੋ ਸਹਿਜ ਦੀ ਅਵਸਥਾ ਨੂੰ ਕੋਈ ਕਿਆ ਦੱਸੂਗਾ ਵੀ ਕਿਹੋ ਜਿਹੀ ਹੈ? ਇੱਕ ਥੋੜ੍ਹਾ ਬਹੁਤਾ ਦੱਸਿਆ ਗਿਆ, ਜਿਹੜਾ ਗੁਰਬਾਣੀਕਾਰਾਂ ਨੇ ਦੱਸਿਆ ਹੈ, ਉਹ ਲਗਭਗ ਮਿਲਦਾ ਜੁਲਦਾ ਜੀ ਗੱਲਾਂ ਕਰੀਆਂ, ਇਸ਼ਾਰੇ ਮਾਤਰ। ਅਸਲ ਵਿੱਚ ਤਾਂ ਜਿਹੜਾ ਕਰੂਗਾ, ਜਿਹੜਾ ਮਾਣੂਗਾ ਉਸ ਅਵਸਥਾ ਨੂੰ, ਉਹੀ ਜਾਣ ਸਕਦਾ। ਜੇ ਆਪਾਂ ਕੰਡੇ ਤੋਂ ਆਸ ਕਰੀਏ ਵੀ ਕੰਡਾ ਕਾਹਤੇ ਚੁਭਿਆ ਮੇਰੇ, ਜਾਂ ਵੀ ਅੱਗ ਨੇ ਮੈਨੂੰ ਕਾਹਤੇ ਜਲਾਇਆ, ਉਹ ਭਾਈ ਇਹ ਤਾਂ ਕਬੂਲ ਕਰਨਾ ਪੈਣਾ ਵੀ ਉਹ ਪਰਮਾਤਮਾ ਦੇ ਹੁਕਮ ਵਿੱਚ ਹੈ। ਕੰਡੇ ਨੂੰ ਹੁਕਮ ਹੈ ਤਾਂ ਚੁਭਣਾ, ਅੱਗ ਨੂੰ ਹੁਕਮ ਹੈ ਤਾਂ ਜਾਲਣਾ, ਪਾਣੀ ਨੂੰ ਹੁਕਮ ਹੈ ਤਾਂ ਠੰਡਾ ਕਰਨਾ, ਡੁਬੋਣਾ, ਉਹ ਵੀ ਤਾਂ ਉਹਦੇ ਹੁਕਮ ਵਿੱਚ ਚੱਲ ਰਹੇ ਆ। ਇਹ ਚੀਜ਼ਾਂ ਦੀ ਸਮਝ ਫਿਰ ਸਹਿਜ ਵਿੱਚ ਆ ਜਾਂਦੀ ਹੈ ਜਾ ਕੇ। ਸਹਿਜ ਤੋਂ ਬਿਨਾਂ ਇਹ ਚੀਜ਼ਾਂ ਦਾ ਨਹੀਂ ਬਿਲਕੁਲ ਵੀ ਪਤਾ ਲੱਗਦਾ। ਜੋ ਸੰਸਾਰ ਕਰ ਰਿਹਾ ਉਹ ਬਿਲਕੁਲ ਹਨੇਰੇ ਵਿੱਚ ਹੈ। ਇਹ ਜਗ ਅੰਧਾ ਸਭ ਅੰਧ ਕਮਾਵੇ, ਬਿਨ ਗੁਰ ਮੱਗ ਨਾ ਪਾਏ। ਸਾਰਾ ਕੁਛ ਅਨਰਥ ਹੋ ਰਿਹਾ। ਕੋਈ ਵਿਰਲਾ ਵਿਰਲਾ ਐਸਾ ਹੁੰਦਾ ਜਿਹਨੂੰ ਇਹਨਾਂ ਗੱਲਾਂ ਦੀ ਸੋਝੀ ਹੁੰਦੀ ਹੈ, ਸਹਿਜ ਦੀ। ਸੰਤਗਿਰੀ ਵੀ ਬਹੁਤ ਪਖੰਡ ਬਣਿਆ ਵਾ ਅੱਜ ਕੱਲ੍ਹ ਸੰਸਾਰ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ। ਐਂ ਸਮਝਦੇ ਹਾਂ ਵੀ ਸ਼ਾਇਦ 200 ਰੁਪਈਏ ਨਾਲ ਇੱਕ ਲੰਬਾ ਜਿਹਾ ਝੱਗਾ ਚੋਗਾ ਸਵਾ ਲਓ ਵੀ ਸੰਤ ਬਣ ਗਿਆ, ਗੋਲ ਪੱਗ ਬੰਨ੍ਹ ਕੇ। ਨਹੀਂ ਨਹੀਂ ਸਾਧ ਸੰਗਤ ਜੀ, ਉਹ ਸੰਤਗਿਰੀ ਤਾਂ ਮਹਾਰਾਜ ਬਖਸ਼ ਲਵੇ ਸਾਨੂੰ। ਸੰਤਗਿਰੀ ਕੁਛ ਇਹ ਹੈ, ਇਹਨੂੰ ਤਾਂ ਬਨਾਰਸ ਦੇ ਠੱਗ ਕਿਹਾ ਗੁਰਬਾਣੀ ਵਿੱਚ ਇਹੋ ਜਿਹੇ ਲੋਕਾਂ ਨੂੰ। ਉਹ ਤਾਂ ਅੰਦਰ ਤੋਂ ਹੋਣੀ ਹੈ, ਜੋ ਹੋਣੀ ਉਹਨੂੰ ਲਿਬਾਸ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਫਿਰ ਜਦੋਂ ਬੰਦੇ ਦੇ ਅੰਦਰ ਪਰਮਾਤਮਾ ਗੁਰੂ ਪ੍ਰਗਟ ਹੋ ਜਾਏ, ਉਹ ਕਿਹੜੇ ਲਿਬਾਸ ਪਾਉਂਦਾ ਫਿਰ? ਜੇ ਪਾਊਗਾ ਕਿਸੇ ਖਾਸ ਮੌਕੇ ਦੇ ਖਾਤਰ। ਗੁਰੂ ਨਾਨਕ ਪਾਤਸ਼ਾਹ ਨੇ ਵੀ ਪਾਇਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਕਾਹਤੇ ਉਦੋਂ ਭੇਖ ਬਣਾਇਆ ਸੀ ਜੀ ਜਦੋਂ ਚੜ੍ਹੇ ਯਾਤਰਾ 'ਤੇ, ਹੁਣ ਤੁਸੀਂ ਬਿਲਕੁਲ ਸਾਦਗੀ ਵਾਲਾ ਲਿਬਾਸ ਪਾਇਆ ਹੋਇਆ ਜਦ ਉੱਥੇ ਗਏ ਆ ਸ਼ਿਵਰਾਤ ਦੇ ਮੇਲੇ ਦੇ ਉੱਤੇ, ਦੁਬਾਰਾ ਮਿਲੇ ਸਿੱਧਾਂ ਨੂੰ। ਵੀ ਪਹਿਲਾਂ ਤੁਸੀਂ ਜੋ ਮੰਨਿਆ ਵੀ ਸੀ, ਲੰਬੇ ਵਸਤਰ ਪਾਏ ਹੋਏ ਸੀਗੇ। ਗੁਰੂ ਸਾਹਿਬ ਨੇ ਜਵਾਬ ਦਿੱਤਾ ਹੋਇਆ ਇਹਦਾ ਸਿੱਧ ਗੋਸ਼ਟ ਵਿੱਚ। ਗੁਰਮੁਖ ਖੋਜਤ ਭਏ ਉਦਾਸੀ, ਵੀ ਅਸੀਂ ਗੁਰਮੁਖਾਂ ਦੀ ਖੋਜ ਵਿੱਚ ਉਦਾਸੀ ਬਣੇ, ਤੇ ਭੇਖ ਇਸ ਕਰਕੇ ਪਾਇਆ ਤਾ ਵੀ ਭੇਖ ਨੂੰ ਦੇਖ ਕੇ ਬੰਦਾ ਉਹੋ ਜਿਹਾ ਕੋਲ ਆ ਜਾਂਦਾ ਕਿ ਉਹਨਾਂ ਨਾਲ ਵਿਚਾਰ ਚਰਚਾ ਹੋਣੀ ਸੀ। ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਉਹਨਾਂ ਨੂੰ ਮਿਲਣ ਖਾਤਰ ਗਏ ਸੀ ਅਸੀਂ, ਜਿਹੜੇ ਧਾਰਮਿਕ ਬੰਦੇ ਸੀ। ਭਾਵੇਂ ਉਹਨਾਂ ਦੀ ਸੁਰਤੀ ਬਿਰਤੀ ਬਿਲਕੁਲ ਉਸ ਤਰ੍ਹਾਂ ਦੀ ਨਹੀਂ ਸੀ, ਉਹਨਾਂ ਨੂੰ ਸਮਝਾਇਆ, ਪਰ ਕਮ ਸੇ ਕਮ ਉਹ ਉੱਧਰ ਲੱਗੇ ਹੋਏ ਤਾਂ ਸੀ ਨਾ ਧਰਮ ਦੇ ਕੰਮ ਵੱਲ, ਡੇਰਿਆਂ ਵੱਲ। ਉੱਥੇ ਉੱਥੇ ਉਹ ਗਏ। ਤੋ ਲਿਬਾਸ ਦੇ ਨਾਲ ਸਹਿਜ ਦਾ ਕੋਈ ਤਲਕ ਨਹੀਂ ਹੈ। ਕਿਸੇ ਸਮੇਂ ਸਥਾਨ 'ਤੇ ਕਰ ਸਕਦਾ ਬੰਦਾ, ਉਹ ਗੱਲ ਹੋਰ ਹੈ। ਹੁਣ ਜੇ ਆਪਾਂ ਕਹੀਏ ਵੀ ਗੁਰੂ ਸਾਹਿਬ ਨੇ ਪਾਣੀ ਸਿੱਟਿਆ ਸੀ ਪੰਜਾਬ ਵੱਲ ਨੂੰ, ਕੁਰੂਕਸ਼ੇਤਰ ਦੀ ਧਰਤੀ ਪਰ, ਉਹ ਕੋਈ ਕਰਨ ਖਾਤਰ ਥੋੜ੍ਹਾ ਸੀਗਾ, ਉਹ ਤਾਂ ਉਹਨਾਂ ਨੂੰ ਗਿਆਨ ਦੇਣ ਖਾਤਰ ਸੀਗਾ ਵੀ ਜੇ ਸਾਡਾ ਪਾਣੀ ਮੇਰਾ ਨਹੀਂ ਜਾ ਸਕਦਾ 300 ਕਿਲੋਮੀਟਰ ਪੰਜਾਬ 'ਚ ਲਹਿੰਦੇ ਨੂੰ, ਉਹ ਵੀ ਨਿਮਾਣ ਨੂੰ, ਤਾਂ ਇੰਨੀ ਉਚਾਈ 'ਚ ਸੂਰਜ ਵੱਲ ਤੁਹਾਡਾ ਕਿਵੇਂ ਚਲੇ ਜਾਊ 9.5 ਕਰੋੜ ਮੀਲ ਦੂਰ? ਗਿਆਨ ਦੇਣਾ ਸੀ।
ਮੱਕੇ ਵੱਲ ਪੈਰ ਚਰਨ ਕਰੇ ਗੁਰੂ ਨਾਨਕ ਸਾਹਿਬ ਨੇ। ਕੋਈ ਡਿਸਰਿਸਪੈਕਟ ਕਰਨ ਦਾ ਮਕਸਦ ਨਹੀਂ ਥਾ। ਉਹਨਾਂ ਦਿਨਾਂ ਵਿੱਚ ਇਹ ਸਾਈਕੋਲੋਜੀ ਸੀ ਵੀ ਬੰਦਿਆਂ ਨੂੰ ਇਕੱਠੇ ਕਰਨ ਖਾਤਰ ਹੋਰ ਕੋਈ ਸਾਧਨ ਤਾਂ ਹੁੰਦਾ ਨਹੀਂ ਸੀ, ਕੋਈ ਲਾਊਡ ਸਪੀਕਰ ਨਹੀਂ ਸੀ, ਕੋਈ ਹੋਰ ਕੁਛ ਇਹੋ ਜਿਹਾ ਵਸੀਲਾ ਨਹੀਂ ਸੀਗਾ, ਕੋਈ ਸਾਧਨ ਨਹੀਂ ਸੀ ਹੁੰਦੇ। ਉਲਟਾ ਕਰਮ ਕਰਨ ਲੱਗ ਜਾਓ, ਜਹਾਨ ਤੋਂ ਆਪੇ ਇਕੱਠੇ ਹੋ ਜਾਂਦੇ। ਸਾਰੇ ਲੋਕ ਮੱਕੇ ਵੱਲ ਸਿਜਦਾ ਕਰਦੇ, ਉਹਨਾਂ ਨੇ ਚਰਨ ਕਰ ਲਿਆ, ਆਪੇ ਇਕੱਠੇ ਹੋ ਗਏ। ਫਿਰ ਵਿਚਾਰ ਵਟਾਂਦਰਾ ਕਰਿਆ, ਉਹਨਾਂ ਨੂੰ ਸਾਰਾ ਕੁਛ ਸਮਝਾਇਆ। ਇਹ ਗੱਲਾਂ ਹੋਰ ਹੁੰਦੀਆਂ, ਇਹ ਕੁਛ ਮਕਸਦ ਹੁੰਦੇ ਆ, ਇੱਕ ਨਹੀਂ ਪਹਿਰਾਵੇ ਦਾ ਮਕਸਦ ਹੈ। ਵੈਸੇ ਪਹਿਰਾਵਾ ਸਹਿਜ ਦੇ ਵਿੱਚ ਕੋਈ ਲੋੜ ਨਹੀਂ ਹੈ। ਬਿਨਾਂ ਅੰਦਰ ਪਤੀ ਤੋਂ ਸ਼ਿੰਗਾਰ ਜਿਹੜਾ ਬਣਾਉਂਦਾ ਹੈ, ਫਿਰ ਪਰਦੇਸ ਸ਼ਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ। ਬਿਨਾਂ ਅੰਦਰ ਰੱਬ ਦੇ ਪ੍ਰਗਟ ਕਰੇ ਤੋਂ ਜੇ ਕੋਈ ਰੱਬ ਦਾ ਲਿਬਾਸ ਪਾਉਂਦਾ ਸੰਤਗਿਰੀ ਦਾ, ਮਨਮੁਖ ਅੰਧ ਐਸੇ ਕਰਮ ਕਮਾਏ। ਮਨਮੁਖ ਵੀ ਹੈ, ਅੰਨਾ ਵੀ ਹੈ, ਐਸੇ ਕਰਮ ਕਰਦਾ ਹੈ। ਪਤੀ ਪਰਦੇਸ ਗਿਆ ਹੋਇਆ, ਔਰਤ ਗੁਲਾਲੀਆਂ ਲਾ ਕੇ ਬੈਠੇ, ਸ਼ਿੰਗਾਰ ਕਰੇ, ਇਹ ਗੱਲ ਜਚਦੀ ਹੈ ਕਿਤੇ? ਗੁਰਬਾਣੀ ਬਹੁਤ ਕਲੀਅਰ ਹੈ। ਆਪਾਂ ਨੇ ਇਹਨੂੰ ਉੱਪਰੋਂ ਲੈ ਲਿਆ ਹੋਇਆ, ਵਿੱਚ ਦੀ ਗੱਲ ਫਕੜਦੇ ਨਹੀਂ ਹੈ। ਸੋ ਚਲੋ ਮੁਕਾਈਏ ਗੱਲ ਨੂੰ ਸਾਧ ਸੰਗਤ ਜੀਓ। ਡਾਇਕੋਟਮੀ ਤੋਂ ਬਾਹਰ ਆਉਣਾ ਹੈ, ਡੁਐਲਿਟੀ ਤੋਂ ਬਾਹਰ ਆਉਣਾ ਹੈ, ਦੁਬਦਾ ਸੈਸਾ ਇਹਨਾਂ ਤੋਂ ਦੂਰ ਆਉਣਾ। ਇਹ ਸਹਿਜ ਦੇ ਵਿੱਚ ਗੁਣ ਹੈ। ਇਹ ਕੇਵਲ ਔਰ ਕੇਵਲ ਗੁਰੂ ਕਿਰਪਾ ਤੇ ਹੋਣੇ, ਅਦਰਵਾਈਜ਼ ਨਹੀਂ ਹੋਣੇ, ਆਪਣੇ ਕਰੇ ਤੋਂ ਨਹੀਂ ਹੁੰਦੇ। ਇਹ ਨਿਚੋੜ ਹੈ ਅੱਜ ਦੀ ਵਿਚਾਰ ਦਾ। ਤੋ ਦਿਓ ਆਗਿਆ, ਕੋਈ ਅਪਸ਼ਬਦ ਦੀ ਖਿਮਾ। ਜ਼ਰੂਰ ਕੁਛ ਨਾ ਕੁਛ ਭੁੱਲਾਂ ਹੋ ਹੀ ਜਾਂਦੀਆਂ, ਬੰਦਾ ਜੋ ਭੁੱਲਣਹਾਰ ਹੈ। ਬਖਸ਼ਿਓ, ਅਸੀਸ ਵੀ ਦਿਓ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।